ਗੁਲਾਮੀ ਗਲੋਂ ਲਾਉਣੀ ਹੈ, ਪਹਿਲਾਂ ਆਨੰਦਪੁਰ ਘਰੇ ਵੜ ਜਾਓ ਤੇ ਫਿਰ ਮੋਟਰਸਾਈਕਲ ਇੱਕ ਪਿੰਡ ਵਿੱਚ ਇੱਕ ਤੇ 3 ਸਵਾਰ ਤੇ 3 ਰਿਵਾਲਵਰ ਨਵੇਂ ਲਓ। ਜਿਹੜਾ ਦਾ ਕੇਸ ਮੇਰੇ ਤੇ ਬਣੂ, ਮੇਰੀ ਛਿੱਲ ਲਵੇ, ਬੰਦ ਕੱਟਿਆ ਜਾਵੇ, ਸਾਰਿਆ ਜਾਵਾ, ਮੈਂ ਚੱਲੂਗਾ। ਭਾਗ ਚੌਥਾ। ਮਰਦੇ ਮੁਜਾਹਿਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਮਰਦੇ ਮੁਜਾਹਿਦ ਦੇ ਵਿੱਚ ਗੱਲ ਕਰਦਿਆਂ ਹੋਇਆਂ ਕੱਲ ਵੀ ਜਿਹੜੀ ਲੜੀ ਸੀ ਉਹ ਛੱਡੀ ਸੀ ਕਿ ਲਾਲੇ ਦਾ ਅਰਦਾਸਾ ਸੋਧਿਆ ਗਿਆ, ਲਾਲੇ ਜਗਤੂ ਦਾ, ਤੇ ਬਹੁਤ ਵਾਰੀ ਅਜੀਬ ਕਿਸਮ ਦਾ ਜਿਹੜਾ ਮੌਕਾ ਮੇਲ ਹੋ ਜਾਂਦਾ, ਅਸੀਂ ਹੈਰਾਨ ਵੀ ਰਹਿ ਜਾਂਦੇ ਹਾਂ ਇਸ ਮੌਕਾ ਮੇਲ ਤੋਂ। ਇਸ ਤਰ੍ਹਾਂ ਦਾ ਇੱਕ ਮੌਕਾ ਦੇਖਿਆ 20 ਸਤੰਬਰ 1981 ਨੂੰ, ਜਿਸ ਦਿਨ ਪੰਜਾਬ 'ਚ ਇੱਕੋ ਵੇਲੇ ਇੱਕੋ ਘਟਨਾ ਦੇ ਨਾਲ ਸੰਬੰਧਿਤ 2 ਅੱਡ-ਅੱਡ ਸਮਾਗਮ ਹੋ ਰਹੇ ਸਨ। ਇੱਕੋ ਵੇਲੇ ਸਮਾਗਮ, ਅਸੀਂ ਕਹਿੰਦੇ ਹਾਂ ਸਮਾਗਮ, ਕਿੱਥੇ ਕੋਈ ਚੜ੍ਹਦੀ ਕਲਾ ਵਾਲੀ ਗੱਲ ਹੋ ਰਹੀ ਹੁੰਦੀ ਹੈ, ਉੱਥੇ ਅਸੀਂ ਸਮਾਗਮ ਉਸ ਪ੍ਰੋਗਰਾਮ ਨੂੰ ਕਹਿੰਦੇ ਹਾਂ ਕਿ ਸਮਾਗਮ ਹੋ ਰਿਹਾ, ਇਹ ਫੰਕਸ਼ਨ ਹੋ ਰਿਹਾ। ਜਲੰਧਰ ਦੇ ਪ੍ਰਤਾਪ ਬਾਗ 'ਚ ਉਸੇ ਦਿਨ 3 ਵਜੇ ਲਾਲੇ ਜਗਤੂ ਦੀ ਕਿਰਿਆ ਹੋ ਰਹੀ ਸੀ 20 ਸਤੰਬਰ 1981 ਨੂੰ। ਤੇ ਬਿਲਕੁਲ ਐਸੇ ਵੇਲੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਕ ਮਹਿਤਾ 'ਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਗ੍ਰਿਫਤਾਰੀ ਦੇਣ ਦਾ ਸਮਾਗਮ ਕੀਤਾ ਜਾ ਰਿਹਾ ਸੀ। ਜਲੰਧਰ 'ਚ ਲਾਲੇ ਜਗਤੂ ਨੂੰ ਗੈਰ ਅਕਾਲੀ ਸਿਆਸੀ ਤੇ ਸਮਾਜਿਕ ਪਾਰਟੀਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਜਾ ਰਹੀਆਂ ਸਨ, ਤੇ ਉਧਰ ਚੌਕ ਮਹਿਤਾ ਦੇ ਵਿਸ਼ਾਲ ਪੰਥਕ ਇਕੱਠ 'ਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਜਿਨ੍ਹਾਂ ਤੇ ਉੱਤੇ ਲਾਲੇ ਦੇ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ, ਉਹ ਕੇਸਰੀ ਸਾਫਾ ਬੰਨ੍ਹ ਕੇ ਇਹ ਕਹਿ ਰਹੇ ਸਨ, ਮੈਂ ਨੀਲੀ ਦਸਤਾਰ ਦੀ ਥਾਂ ਕੇਸਕੀ ਦਸਤਾਰ ਸਜਾਈ ਹੈ ਕਿਉਂਕਿ ਮੈਂ ਲਾੜੀ ਮੌਤ ਨੂੰ ਵਿਆਹਣ ਚੱਲਿਆ। ਮਹਿਤਾ ਚੌਕ ਅੰਮ੍ਰਿਤਸਰ ਦੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੇ ਬਾਹਰ ਸਿੱਖੀ ਸਿਦਕ ਦਾ ਹੜ ਵਗਦਾ ਦਿਖਾਈ ਦੇ ਰਿਹਾ ਸੀ, ਤੇ ਉਸ ਦਿਨ ਕੇਸਰੀ ਨਿਸ਼ਾਨ ਸਾਹਿਬ ਥੱਲੇ ਸਾਰੇ ਅਕਾਲੀ ਦਲ ਤੇ ਸਿੱਖਾਂ ਦੇ ਹੋਰ ਸਿਆਸੀ, ਸਮਾਜਿਕ, ਧਾਰਮਿਕ, ਇਹ ਸਾਰੀਆਂ ਜਥੇਬੰਦੀਆਂ ਇਕੱਠੀਆਂ ਨਜ਼ਰ ਆ ਰਹੀਆਂ ਸਨ। ਗ੍ਰਿਫਤਾਰੀ ਦੇਣ ਦੀ ਸ਼ਕਲ 'ਚ ਸੰਤ ਭਿੰਡਰਾਂਵਾਲਿਆਂ ਦੀ ਬਰਾਤ ਦੀ ਚੜ੍ਹਤ ਦੇਖਣ ਲਈ ਤੇ ਉਹਨਾਂ ਨੂੰ ਗਰਮ ਵਿਦਾਇਗੀ ਦੇਣ ਲਈ 5 ਲੱਖ ਦੇ ਕਰੀਬ 5 ਲੱਖ ਸੰਗਤ ਬਹੁਤ ਵੱਡੀ ਗਿਣਤੀ ਹੁੰਦੀ ਹੈ। 5 ਲੱਖ ਦੇ ਲਗਭਗ ਜਿਹੜੇ ਮਰਜੀਵੜੇ ਸਨ ਉੱਥੇ ਇਕੱਠੇ ਹੋਏ ਸਨ ਸਟੇਜ ਤੇ, ਔਰ ਸਟੇਜ ਦੇ ਨੇੜੇ ਤੇੜੇ ਅਕਾਲੀ ਦਲ ਦੇ MP, MLA, SGPC ਦੇ ਮੈਂਬਰ ਤੇ ਸਾਰੇ ਅਕਾਲੀ ਦਲਾਂ ਦੇ ਲੀਡਰ ਤੇ ਅਹੁਦੇਦਾਰ, ਇਹ ਸਿੱਖ ਸੰਪਰਦਾਵਾਂ ਤੇ ਸੰਸਥਾਵਾਂ ਦੇ ਮੁਖੀ, ਸਿੱਖ ਵਿਦਵਾਨ, ਵਿਚਾਰਵਾਨ ਤੇ ਖਾਸ ਜਿਹੜੀਆਂ ਹਸਤੀਆਂ ਸਨ ਸਿੱਖ ਕੌਮ ਦੀਆਂ, ਉਹ ਬਿਰਾਜਮਾਨ ਸਨ। ਤੇ ਇਹਨਾਂ 'ਚ ਜਿਹੜੀਆਂ ਮੁੱਖ ਹਸਤੀਆਂ ਸਨ, ਉਹਨਾਂ 'ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਅਜਨੋਹਾ, ਗੁਰਚਰਨ ਸਿੰਘ ਟੌੜਾ, ਜਥੇਦਾਰ ਸੰਤੋਖ ਸਿੰਘ ਦਿੱਲੀ, ਸੰਤ ਹਰਚੰਦ ਸਿੰਘ ਲੌਂਗੋਵਾਲ, ਸੰਤ ਬਾਬਾ ਖੜਕ ਸਿੰਘ ਜੀ, ਨਿਹੰਗ ਮੁਖੀ ਬਾਬਾ ਕਾਹਨ ਸਿੰਘ, ਬੀਬੀ ਰਾਜਿੰਦਰ ਕੌਰ, ਬਲਵੰਤ ਸਿੰਘ ਖਜ਼ਾਨਾ ਮੰਤਰੀ, ਸੁਰਜੀਤ ਸਿੰਘ ਬਰਨਾਲਾ, ਉਜਾਗਰ ਸਿੰਘ ਸੇਖਵਾਂ, ਪ੍ਰਕਾਸ਼ ਸਿੰਘ ਮਜੀਠਾ, ਰਣਧੀਰ ਸਿੰਘ ਚੀਮਾ, ਗੁਰਨਾਮ ਸਿੰਘ ਤੀਰ, ਪ੍ਰੇਮ ਸਿੰਘ ਲਾਲਪੁਰਾ, ਰਵੀ ਇੰਦਰ ਸਿੰਘ, ਦਰਸ਼ਨ ਸਿੰਘ ਮਜਬੂਰ, ਦਰਸ਼ਨ ਸਿੰਘ ਈਸਾਪੁਰ, ਸਰਦਾਰ ਰਘਵੀਰ ਸਿੰਘ ਚੌੜਾ ਤੇ ਮਾਸਟਰ ਅਕਾਲੀ ਦਲ ਦੇ ਵੀ ਜਿਹੜੇ ਉੱਥੇ ਲੀਡਰ ਸਨ ਉਹ ਵੀ ਮੌਜੂਦ ਸਨ, ਤੇ ਬਾਦਲ ਤੇ ਉਮਰਾ ਨੰਗਲ ਦੀ ਉੱਥੇ ਗੈਰ ਹਾਜ਼ਰੀ ਸੀ। ਇਹ ਦੋਵੇਂ ਬੰਦੇ ਨਹੀਂ ਸਨ ਉੱਥੇ ਪਹੁੰਚੇ। ਸਿੱਖ ਪੰਥ ਦੇ ਜਿਨ੍ਹਾਂ ਮਹਾਨ ਲੀਡਰਾਂ ਨੇ ਇਸ ਬਹੁਤ ਵੱਡੇ ਪੰਥਕ ਇਕੱਠ ਨੂੰ ਸੰਬੋਧਨ ਕਰਦਿਆਂ ਉਸ ਸਮੇਂ ਦੀ ਹਕੂਮਤ ਵੱਲੋਂ ਸਿੱਖਾਂ ਨਾਲ ਕੀਤੇ ਜਾ ਰਹੇ ਧੱਕਿਆਂ ਦੀ, ਵਿਤਕਰਿਆਂ ਤੇ ਸਿੱਖ ਸੰਤਾਂ ਨੂੰ ਕਤਲਾਂ 'ਚ ਫਸਾਉਣ ਜਾਂ ਕਤਲ ਕਰ ਦੇਣ ਦੇ ਤਿਆਰ ਕੀਤੇ ਜਾ ਰਹੇ ਮਨਸੂਬਿਆਂ ਦੇ ਉੱਥੇ ਪੜਦੇ ਉਧੇੜੇ, ਤੇ ਉਹਨਾਂ 'ਚ ਜਿਨ੍ਹਾਂ ਸ਼ਖਸੀਅਤਾਂ ਨੇ 5 ਲੱਖ ਦੇ ਕਰੀਬ ਸੰਗਤ ਨੂੰ ਸੰਬੋਧਨ ਕੀਤਾ, ਉਹਨਾਂ 'ਚ ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਅਜਨੋਹਾ, ਗੁਰਚਰਨ ਸਿੰਘ ਟੌੜਾ, ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਸੰਤੋਖ ਸਿੰਘ, ਬਾਬਾ ਖੜਕ ਸਿੰਘ ਜੀ, ਬੀਬੀ ਰਾਜਿੰਦਰ ਕੌਰ ਤੇ ਰਣਧੀਰ ਸਿੰਘ ਚੀਮਾ ਤੋਂ ਬਿਨਾਂ 2-4 ਸ਼ਖਸੀਅਤਾਂ ਨੇ ਹੋਰ ਸੰਬੋਧਨ ਕੀਤਾ। ਤੇ ਸਭ ਤੋਂ ਬਾਅਦ 'ਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਨੇ ਸਿੱਖ ਕੌਮ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਮੈਂ ਸਿੱਖ ਪੰਥ ਤੇ ਧਰਮ ਦੀ ਖਾਤਰ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਹਾਂ, ਪਰ ਅਸੀਂ ਆਪਣੀਆਂ ਧਾਰਮਿਕ ਪੁਸਤਕਾਂ ਤੇ ਧਰਮ ਗ੍ਰੰਥਾਂ ਦੀ ਬੇਹਰਮਤੀ ਬਰਦਾਸ਼ਤ ਨਹੀਂ ਕਰ ਸਕਦੇ।
ਇਸ ਸੰਕਟ ਦਾ ਟਾਕਰਾ ਕਰਨ ਲਈ ਸਿੱਖ ਪੰਥ ਨੂੰ ਇੱਕ ਝੰਡੇ ਹੇਠ ਇਕੱਠੇ ਹੋਣਾ ਚਾਹੀਦਾ ਹੈ। ਜਦੋਂ ਮੈਂ ਲੁਧਿਆਣੇ ਪੁੱਜਾ ਤਾਂ ਮੇਰੇ ਕੰਨਾਂ 'ਚ ਇੱਕੋ ਇੱਕ ਆਵਾਜ਼ ਆਉਣੀ ਚਾਹੀਦੀ ਹੈ ਕਿ ਸਾਰਾ ਸਿੱਖ ਪੰਥ ਇੱਕ ਝੰਡੇ ਹੇਠ ਇਕੱਠਾ ਹੈ। ਮੈਂ ਸਿੱਖ ਪੰਥ ਦੇ ਸਾਰਿਆਂ ਨੇਤਾਵਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਇਸ ਗੱਲ ਨੂੰ ਸਪਸ਼ਟ ਕਰਨ ਕਿ ਇਹ ਮੇਰਾ ਨਿੱਜੀ ਮਸਲਾ ਹੈ ਜਾਂ ਸਮੂਹ ਸਿੱਖ ਪੰਥ ਦਾ। ਜੇ ਸਿੱਖ ਪੰਥ ਦਾ ਮਸਲਾ ਹੈ ਤਾਂ ਇਸ ਬਾਰੇ ਅਗਵਾਈ ਕਰਨ, ਜਿਸ ਲਈ ਅੱਜ ਸਾਰੇ ਉੱਚੇ ਨੇਤਾ ਇੱਥੇ ਪਹੁੰਚੇ ਹੋਏ ਨੇ। ਮੈਂ ਆਪਣੇ ਮਿਸ਼ਨ 'ਚ ਸਫਲ ਹੋਣਾ ਤਾਂ ਜੋ ਅੱਗੇ ਤੋਂ ਕੋਈ ਸਿੱਖ ਧਰਮ ਦੀ ਹੇਠੀ ਕਰਨ ਦੀ ਜੁਰਤ ਨਾ ਕਰੇ। ਮੈਂ ਸਿੱਖੀ ਦੀ ਖਾਤਰ ਕੁਰਬਾਨੀ ਦੇਣ ਨੂੰ ਤਿਆਰ ਹਾਂ, ਪਰ ਸਿੱਖ ਧਰਮ ਨਾਲ ਸੰਬੰਧਿਤ ਧਾਰਮਿਕ ਲਿਟਰੇਚਰ ਸੜਦਾ ਨਹੀਂ ਵੇਖ ਸਕਦਾ। ਇਹ ਸ਼ਬਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਨੇ ਗ੍ਰਿਫਤਾਰੀ ਦੇਣ ਤੋਂ ਪਹਿਲਾਂ 5 ਲੱਖ ਸਿੱਖ ਸੰਗਤ ਦੇ ਸਾਹਮਣੇ ਬਣੀ ਹੋਈ ਸਟੇਜ ਤੋਂ ਸੰਬੋਧਨ ਕਰਦਿਆਂ ਕਹੇ। ਸੰਤਾਂ ਨੇ ਆਤਮ ਸਮਰਪਣ ਕਰਨ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਇਹ ਉਪਦੇਸ਼ ਦਿੱਤਾ ਕਿ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੂਰੀ ਤਰ੍ਹਾਂ ਅਮਨ ਅਮਾਨ ਨਾਲ ਰਿਹਾ ਜਾਏ, ਸ਼ਾਂਤਮਈ ਰਿਹਾ ਜਾਏ ਤੇ ਕੋਈ ਭਾਈ ਪੁਲਸੀਏ ਨੂੰ ਰੋੜਾ ਤੱਕ ਨਾ ਮਾਰੇ ਕਿਸੇ ਨੂੰ ਵੀ, ਤੇ ਨਾ ਪੁਲਿਸ ਦੀ ਗੱਡੀਆਂ ਨੂੰ ਨੁਕਸਾਨ ਪਹੁੰਚਾਵੇ। ਉਹਨਾਂ ਨੇ ਕਿਹਾ ਕਿ ਪੁਲਸੀਆਂ ਤੇ ਜਾਂ ਉਹਨਾਂ ਦੀਆਂ ਗੱਡੀਆਂ ਤੇ ਮਾਰਿਆ ਗਿਆ ਹਰ ਰੋੜਾ ਮੈਨੂੰ ਜਰਨੈਲ ਸਿੰਘ ਨੂੰ ਵੱਜੇਗਾ ਤੇ ਰੋੜਾ ਮਾਰਨ ਵਾਲਾ ਆਦਮੀ ਮੇਰੇ ਨਾਲ ਦੁਸ਼ਮਣੀ ਕਮਾ ਰਿਹਾ ਹੋਏਗਾ। ਇਹ ਗੱਲ ਉਹਨਾਂ ਨੇ ਉੱਥੇ ਸੰਬੋਧਨ ਕਰਦਿਆਂ ਕਹੀ। ਬਹੁਤ ਵੱਡੀ ਗੱਲ ਸੀ। ਜੇ ਉਹ ਕਹਿੰਦੇ ਤਾਂ ਇੱਟ ਨਾਲ ਇੱਟ ਖੜਕਾ ਦਿਓ ਦਿੱਲੀ ਦਰਬਾਰ ਦੀ, ਤਾਂ ਉਹ 5 ਲੱਖ ਬੰਦਾ ਕੀ ਕਰਦਾ। ਇਹ ਦੂਰ ਅੰਦੇਸ਼ੀ ਸੀ ਸੰਤਾਂ ਦੀ। ਲੜਾਈ ਤਾਂ ਸੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਬਹਾਲ ਕਰਨ ਦੀ, ਲੜਾਈ ਤਾਂ ਸੀ ਸਿੱਖੀ ਲਈ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਨਾਲ ਜੋੜਨ ਦੀ। ਸੰਤਾਂ ਦੀ ਗ੍ਰਿਫਤਾਰੀ ਦੇਣ ਵੇਲੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੋਂ ਜਦੋਂ ਸੰਤ ਜੀ ਬਾਹਰ ਆਏ ਤਾਂ ਲੱਖਾਂ ਲੋਕਾਂ ਦੀ ਭੀੜ 'ਚ ਇਸ ਤਰ੍ਹਾਂ ਗੁਆਚ ਗਏ। ਅਜਿਹਾ ਹੁਣ ਤੇ ਪੁਲਿਸ ਅਫਸਰਾਂ ਦੀ ਨਸ ਭੱਜ ਹੋਣ ਲੱਗੀ। ਉਹਨਾਂ ਨੂੰ ਫਿਕਰ ਪੈ ਗਿਆ ਤੇ ਥੋੜੀ ਦੇਰ ਬਾਅਦ ਜਦੋਂ ਸੰਤ ਜੀ 1.5 ਕਿਲੋਮੀਟਰ ਪੈਂਡਾ ਪੈਰੀ ਤੁਰ ਕੇ ਮੇਨ ਰੋਡ ਤੇ ਉਡੀਕ ਰਹੀਆਂ ਪੁਲਿਸ ਦੀਆਂ ਗੱਡੀਆਂ ਤੱਕ ਪਹੁੰਚੇ ਤਾਂ ਜਾ ਕੇ ਜਿਹੜੇ ਜ਼ਿੰਮੇਵਾਰ ਉੱਥੇ ਪੁਲਿਸ ਅਫਸਰ ਸੀ ਉਹਨਾਂ ਨੇ ਸੁੱਖ ਦਾ ਸਾਹ ਲਿਆ। ਫਿਰ ਸੰਤਾਂ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰ ਦਿੱਤਾ ਤੇ ਉਹਨਾਂ ਦੀ ਬਰਾਤ ਨੇ ਲੁਧਿਆਣੇ ਨੂੰ ਚਾਲੇ ਪਾਤੇ। ਤੇ ਸੰਤ ਜਰਨੈਲ ਸਿੰਘ ਜੀ ਦੇ ਚਲੇ ਜਾਣ ਤੋਂ ਬਾਅਦ ਸਿੰਘਾਂ ਦੀ ਭੜਕੀ ਹੋਈ ਭੀੜ ਨੇ ਪੁਲਿਸ ਦੇ ਇੱਕ ਪੂਰੇ ਤੰਬੂ ਨੂੰ ਅੱਗ ਲਾ ਕੇ ਸਾੜਤਾ, ਸੁਆਹ ਕਰਤਾ। ਇੱਕ ਪੁਲਸੀਏ ਨੇ ਉਹਨਾਂ ਨੂੰ ਰੋਕਿਆ ਤਾਂ ਉਹਦੀ ਬਾਂਹ ਵੱਢ ਦਿੱਤੀ ਤੇ ਹੋਰ ਵੀ ਤੋੜ-ਫੋੜ ਉੱਥੇ ਹੋਈ। ਤਾਂ ਇਹਦੇ 'ਚ ਇਹ ਗੱਲ ਧਿਆਨ ਦੇਣ ਵਾਲੀ ਆ ਕਿ 5 ਲੱਖ ਦੀ ਸੰਗਤ ਦੇ ਵਿੱਚ CID ਵਾਲੇ ਤੇ ਹੋਰ ਕਿੰਨੇ ਬੰਦੇ ਹੋਣਗੇ ਤੇ ਜਿਨ੍ਹਾਂ ਨੇ ਇਹ ਭੜਕਾਊ ਗੱਲਬਾਤ ਕੀਤੀ। ਇਹ ਬਾਤ ਦੀ ਗੱਲ ਆ। ਇਸ ਗੱਲ ਦੇ ਉੱਤੇ ਗੌਰ ਕਰਨਾ ਚਾਹੀਦਾ ਕਿਉਂਕਿ ਜਿਹੜਾ ਸੱਚਾ ਸੁੱਚਾ ਸਿੱਖ ਸੀ ਉਸਨੇ ਜ਼ਰੂਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਗੱਲ ਮੰਨੀ ਹੋਊਗੀ ਤੇ ਇਸ ਤਰ੍ਹਾਂ ਕਰਕੇ ਵਿੱਚੋਂ ਛੇੜਛਾੜ ਕਰਨ ਵਾਲਿਆਂ ਨੇ ਜਾਣਬੁੱਝ ਕੇ ਸਾਰਾ ਕੁਝ ਕੀਤਾ ਤੇ ਤਾਂ ਕਿ ਪੁਲਿਸ ਉੱਥੇ ਤਸ਼ੱਦਦ ਕਰ ਸਕੇ ਤੇ ਗੋਲੀ ਚਲਾ ਸਕੇ। ਤੇ ਇਸ ਤੋਂ ਬਾਅਦ ਪੁਲਿਸ ਨੇ ਉੱਥੇ ਸੰਗਤ ਤੇ ਗੋਲੀ ਚਲਾਈ ਤੇ 12 ਸਿੰਘ ਉੱਥੇ ਸ਼ਹੀਦ ਹੋਏ। ਤੇ ਪੰਥਕ ਬੁਲਾਰਿਆਂ ਨੇ ਬਾਅਦ 'ਚ ਦੋਸ਼ ਵੀ ਲਾਇਆ ਕਿ ਸੰਤਾਂ ਦੀ ਗ੍ਰਿਫਤਾਰੀ ਤੋਂ ਬਾਅਦ ਸਿੰਘਾਂ ਦਾ ਇੱਕ ਜਥਾ ਆਪਣੀ ਰਵਾਇਤੀ ਸ਼ਾਨੋ ਸ਼ੌਕਤ ਦੇ ਨਾਲ ਸ਼ਸਤਰਾਂ ਦਾ ਪ੍ਰਦਰਸ਼ਨ ਕਰਦਾ ਤੇ ਗੱਤਕੇਬਾਜ਼ੀ ਦੇ ਜ਼ੋਰ ਵਿਖਾਉਂਦਾ ਘਰਾਂ ਨੂੰ ਵਾਪਸ ਜਾ ਰਿਹਾ ਸੀ ਕਿ ਪੁਲਿਸ ਵਾਲਿਆਂ ਨੇ ਉਹਨਾਂ ਦੀ ਇਸ ਕਾਰਵਾਈ ਨੂੰ ਹਮਲਾ ਸਮਝ ਕੇ ਖੁਦ ਉਹਨਾਂ ਤੇ ਗੋਲੀ ਚਲਾਈ, ਹਮਲਾ ਕੀਤਾ। ਇਸ ਤਰ੍ਹਾਂ ਪਹਿਲਾਂ ਵੀ ਪੁਲਿਸ ਨੇ ਪਹਿਲ ਕੀਤੀ ਤੇ ਜ਼ਬਰ ਵੀ ਕੀਤਾ, ਪੁਲਸੀਆਂ ਨੇ ਤਸ਼ੱਦਦ ਵੀ ਕੀਤਾ ਤੇ ਗੋਲੀ ਚਲਾ ਕੇ ਖੂਨ ਖਰਾਬਾ ਵੀ ਪੁਲਸੀਆਂ ਵੱਲੋਂ ਹੀ ਕੀਤਾ ਗਿਆ। ਤੇ ਇੱਕ ਜਿਹੜੀ ਉਹ ਪੁੱਛਗਿੱਛ ਤੇ ਇੱਕ ਰਿਪੋਰਟ ਜਿਹੜੀ ਪੁਲਿਸ ਦੀ ਉਸ ਵੇਲੇ ਦੀਆਂ ਮਿਸਲਾਂ ਦੇ ਵਿੱਚ ਲੱਗੀ ਹੋਈ ਹੈ, ਜਿਹੜੀ ਸੰਤਾਂ ਕੋਲੋਂ ਸੰਖੇਪ 'ਚ ਕੀਤੀ ਗਈ ਸੀ, ਉਹਨਾਂ 'ਚ ਸਿਰਫ ਸੰਤ ਜਰਨੈਲ ਸਿੰਘ ਜੀ ਦੇ ਸਵਾਲ ਜਵਾਬ ਮਿਲਦੇ ਨੇ, ਜਿਹਦੇ 'ਚ ਪੁੱਛਿਆ ਗਿਆ ਕਿ ਤੁਹਾਡੇ ਕਿੰਨੇ ਪੈਰੋਕਾਰ ਨੇ, ਤਾਂ ਉਹਨਾਂ ਨੇ ਸੰਖੇਪ ਜਵਾਬ ਦਿੱਤਾ ਕੋਈ ਪੈਰੋਕਾਰ ਨਹੀਂ। ਫਿਰ ਸਵਾਲ ਕੀਤਾ ਪੁਲਿਸ ਨੇ ਤੁਹਾਡੇ ਕਿੰਨੇ ਸੇਵਾਦਾਰ ਨੇ, ਉਹ ਕਹਿੰਦੇ ਪੱਕਾ ਕੋਈ ਸੇਵਾਦਾਰ ਨਹੀਂ। ਫਿਰ ਸਵਾਲ ਕੀਤਾ ਤੁਹਾਡੇ ਕਿੰਨੇ ਬਾਡੀਗਾਰਡ ਨੇ, ਸੰਤਾਂ ਨੇ ਜਵਾਬ ਦਿੱਤਾ ਕੋਈ ਪੱਕਾ ਬਾਡੀਗਾਰਡ ਨਹੀਂ। ਫਿਰ ਸਵਾਲ ਕੀਤਾ ਕਿ ਤੁਸੀਂ ਲਾਲੇ ਜਗਤੂ ਦੇ ਖਿਲਾਫ ਬਿਆਨਬਾਜ਼ੀ ਕੀਤੀ ਹੈ ਕਿ ਉਸ ਨੂੰ ਸੋਧ ਦਿੱਤਾ ਜਾਏਗਾ ਅਖਬਾਰਾਂ 'ਚ। ਫਿਰ ਉਹਨਾਂ ਦਾ ਜਵਾਬ ਸੀ ਇਹ ਅਖਬਾਰ ਨਵੀਸ ਹੀ ਦੱਸ ਸਕਦੇ ਨੇ। ਤੇ ਫਿਰ ਉਹਨਾਂ ਨੇ ਸਵਾਲ ਕੀਤਾ ਤੁਹਾਡੇ ਕੋਲ ਅਸਲਾ ਕਿੰਨਾ, ਉਹ ਕਹਿੰਦੇ ਕੋਈ ਅਸਲਾ ਨਹੀਂ। ਤੇ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਸਵਾਲ ਕੀਤੇ ਤੇ ਉਹ ਕਹਿੰਦੇ ਕਿ ਤੁਹਾਨੂੰ ਪਤਾ ਕਿ ਤੁਹਾਨੂੰ ਗ੍ਰਿਫਤਾਰ ਕਿਉਂ ਕੀਤਾ, ਤੁਸੀਂ ਤੁਹਾਡੇ ਤੇ ਕੇਸ ਦਰਜ ਕੀਤਾ ਗਿਆ ਲਾਲੇ ਜਗਤੂ ਨੂੰ ਕਤਲ ਕਰਨ ਦਾ। ਉਹ ਕਹਿੰਦੇ ਇਹ ਵਾਰੰਟ ਜਾਰੀ ਕਰਨ ਵਾਲਿਆਂ ਨੂੰ ਪਤਾ ਹੋਊਗਾ, ਮੈਨੂੰ ਤਾਂ ਕੋਈ ਪਤਾ ਨਹੀਂ। ਇਸ ਤਰ੍ਹਾਂ ਦੇ ਸਵਾਲ ਕੀਤੇ ਜਿਨ੍ਹਾਂ ਦੇ ਸੰਖੇਪ ਉੱਤਰ ਦਿੱਤੇ, ਜਿਨ੍ਹਾਂ ਚੋਂ ਕੁਝ ਵੀ ਨਹੀਂ ਲੱਭਾ ਪੁੱਛਗਿੱਛ ਕਰਨ ਵਾਲਿਆਂ ਨੂੰ। ਤਾਂ ਇਸ ਕਤਲ 'ਚ ਆਤਮ ਸਮਰਪਣ ਤੋਂ ਪਿੱਛੋਂ ਰਿਮਾਂਡਾਂ ਦੌਰਾਨ ਪੁੱਛਗਿੱਛ ਕਰਨ ਵਾਲੇ ਜਿਹੜੇ ਪੁਲਿਸ ਅਫਸਰਾਂ ਨੂੰ ਦਿੱਤੇ ਬਿਆਨ ਨੇ, ਜਵਾਬ ਅਸੀਂ ਕਹਾਂਗੇ ਕੋਰੇ ਜਵਾਬ, ਤਾਂ ਇਹਨਾਂ ਤੋਂ ਇਹ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹ ਸਵਾਲ ਜਿਹੜੇ ਪੁਲਿਸ ਨੇ ਕੀਤੇ ਹੋਣਗੇ ਡਰਦੇ ਕੀਤੇ ਹੋਣਗੇ
ਜਿਨ੍ਹਾਂ ਦੇ ਜਵਾਬ ਇਹ ਦੇਣੇ ਪਏ ਤੇ ਉਹ ਚਿਹਰੇ ਕਿਹੋ ਜਿਹੇ ਹੋਣਗੇ ਜਿਨ੍ਹਾਂ ਨੂੰ ਇਹ ਥੱਪੜ ਖਾਣੇ ਪਏ। ਆਪਣੇ ਆਪ 'ਚ ਥੱਪੜ ਨੇ ਉਹਨਾਂ ਦੇ ਮੂੰਹ ਤੇ ਜਿਹੜੇ ਵੱਜੇ, ਸੰਤਾਂ ਨੇ ਮਾਰੇ। 20 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਜੀ ਨੂੰ ਮਹਿਤਾ ਚੌਕ ਤੋਂ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਦੌਰਾਨ ਬੱਸੀਆਂ, ਗੜੀ ਤੇ ਸਿੱਧਵਾਂ ਰੈਸਟ ਹਾਊਸਾਂ 'ਚ ਰੱਖਿਆ ਗਿਆ ਤੇ ਅਦਾਲਤ ਖੁਦ ਚੱਲ ਕੇ ਉਹਨਾਂ ਦੀ ਅਦਾਲਤ 'ਚ ਆਇਆ ਕਰਦੀ ਸੀ ਤੇ ਮੁਜਰਮਾਂ ਵਾਂਗ ਕਟਹਿਰੇ 'ਚ ਖੜੀ ਹੋਇਆ ਕਰਦੀ ਸੀ। ਦੇਖੋ ਅਜਬ ਨਜ਼ਾਰੇ ਬਾਬੇ ਤੀਰ ਵਾਲੇ ਦੇ। ਇਹ 3 ਗੈਸਟ ਹਾਊਸ ਸਨ, ਜਿਹੜੇ ਰੈਸਟ ਹਾਊਸ ਸਨ, ਬੱਸੀਆਂ, ਗੜੀ ਤੇ ਸਿੱਧਵਾਂ। ਅਦਾਲਤ ਜੱਜ ਖੁਦ ਚੱਲ ਕੇ ਉੱਥੇ ਆਉਂਦਾ ਸੀ ਤੇ ਕਟਹਿਰੇ 'ਚ ਖੜਾ ਹੁੰਦਾ ਸੀ ਸੰਤਾਂ ਦੇ ਮੁਜਰਮਾਂ ਵਾਂਗ। ਤੇ ਪੁਲਿਸ ਰਿਮਾਂਡਾਂ ਦਾ ਚੱਕਰ ਖਤਮ ਹੋਣ ਤੇ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਦੇ ਕੇ ਸੈਂਟਰਲ ਜੇਲ੍ਹ ਫਿਰੋਜ਼ਪੁਰ ਭੇਜਿਆ ਗਿਆ, ਜਿੱਥੇ ਉਹ 15 ਅਕਤੂਬਰ 1981 ਤੱਕ ਰਹੇ। ਸੰਤਾਂ ਦੀ ਗ੍ਰਿਫਤਾਰੀ ਕਾਰਨ ਸਿੱਖ ਸੰਗਤਾਂ 'ਚ ਪੈਦਾ ਹੋਇਆ ਰੋਸ ਇੱਕ ਲਹਿਰ ਦੀ ਸ਼ਕਲ ਧਾਰਨ ਕਰ ਗਿਆ। ਗ੍ਰਿਫਤਾਰੀ ਤੋਂ ਬਾਅਦ ਜਿੱਥੇ-ਜਿੱਥੇ ਸੰਤਾਂ ਨੂੰ ਰੱਖਿਆ ਗਿਆ ਉੱਥੇ-ਉੱਥੇ ਦੀਵਾਨ ਸਜਣੇ ਸ਼ੁਰੂ ਹੋ ਗਏ, ਲੰਗਰ ਚੱਲਣੇ ਸ਼ੁਰੂ ਹੋ ਗਏ। ਸਿੱਖ ਪੰਥ ਦੀ ਬਹੁਤ ਵੱਡੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਲੋਕ ਰਾਏ ਨੂੰ ਹਲੂਣਾ ਦੇਣ ਦੇ ਲਈ ਸੰਤ ਭਿੰਡਰਾਂਵਾਲਿਆਂ ਦੀ ਚੜ੍ਹਦੀ ਕਲਾ ਵਾਸਤੇ ਥਾਂ-ਥਾਂ ਤੇ ਅਖੰਡ ਪਾਠ ਰੱਖਣ ਦਾ ਸੱਦਾ ਦਿੱਤਾ ਸੀ, ਕਿਉਂਕਿ ਅਕਾਲੀ ਦਲ ਦੇ ਹੁਕਮ ਤੇ ਫੁੱਲ ਚੜ੍ਹਾਉਂਦਿਆਂ ਦੇਸ਼ ਪ੍ਰਦੇਸ਼ ਵਿੱਚ ਸਿੱਖ ਸੰਗਤਾਂ ਨੇ 26 ਸਤੰਬਰ 1981 ਨੂੰ ਪਾਠਾਂ ਦੇ ਭੋਗ ਪਾ ਕੇ ਸੰਤ ਜਰਨੈਲ ਸਿੰਘ ਜੀ ਦੀ ਚੜ੍ਹਦੀ ਕਲਾ ਵਾਸਤੇ ਅਰਦਾਸਾਂ ਕੀਤੀਆਂ ਤੇ ਇਸੇ ਲਈ 27 ਸਤੰਬਰ 1981 ਨੂੰ ਲੁਧਿਆਣੇ 'ਚ ਇੱਕ ਬਹੁਤ ਵੱਡੀ ਅਕਾਲੀ ਕਾਨਫਰੰਸ ਕੀਤੀ ਗਈ, ਜਿਹਦੇ 'ਚ ਸੀਨੀਅਰ ਅਕਾਲੀ ਲੀਡਰਾਂ ਤੋਂ ਬਿਨਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨੌਜਵਾਨ ਨੇਤਾ ਭਾਈ ਅਮਰੀਕ ਸਿੰਘ ਜੀ ਵੀ ਸ਼ਾਮਲ ਹੋਏ। ਤੇ ਉਨੀ ਦਿਨੀ ਪੰਜਾਬ 'ਚ ਹੋ ਰਹੇ ਬੰਬ ਧਮਾਕਿਆਂ ਤੇ ਹਿੰਸਕ ਵਾਰਦਾਤਾਂ ਕਾਰਨ ਇੰਦਰਾ ਗਾਂਧੀ ਬੜੀ ਉਛਲ ਰਹੀ ਸੀ। ਇੰਦਰਾ ਗਾਂਧੀ ਨੇ ਪੰਜਾਬ ਦੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਨਾਲ ਗੱਲਬਾਤ ਨਾਲ ਰੱਖੀ ਹੋਈ ਸੀ ਤੇ ਜਿਹਦੇ 'ਚ ਅਕਾਲੀ ਜਿਹੜੇ ਨੁਮਾਇੰਦੇ ਸਨ ਉਹ ਵੀ ਸ਼ਾਮਲ ਸਨ ਤੇ ਇੰਦਰਾ ਗਾਂਧੀ ਨੇ ਸਿੱਖਾਂ ਦੀਆਂ ਸ਼ਿਕਾਇਤਾਂ ਬਾਰੇ ਗੱਲਬਾਤ ਕਰਨ ਲਈ ਅਕਾਲੀ ਲੀਡਰਾਂ ਨੂੰ ਦਿੱਲੀ ਆਉਣ ਦਾ ਸੱਦਾ ਦਿੱਤਾ ਇਸੇ ਦੌਰਾਨ। ਪਰ ਅਕਾਲੀ ਲੀਡਰਸ਼ਿਪ ਨੇ ਇਹ ਸ਼ਰਤ ਰੱਖੀ ਕਿ ਉਹਨਾਂ ਚਿਰ ਗੱਲਬਾਤ 'ਚ ਸ਼ਾਮਲ ਨਹੀਂ ਹੋਣਗੇ ਜਦੋਂ ਤੱਕ ਉਹ ਸੰਤ ਭਿੰਡਰਾਂਵਾਲਿਆਂ ਨੂੰ ਜੇਲ੍ਹ 'ਚੋਂ ਰਿਹਾ ਨਹੀਂ ਕਰ ਦਿੱਤਾ ਜਾਂਦਾ। ਇਹ ਗੱਲ ਹੈ। ਤੇ ਅਕਾਲੀਆਂ ਦਾ ਇਹ ਤੀਰ ਭਾਵੇਂ ਉਹਨਾਂ ਨੇ ਡਰਦਿਆਂ ਬਹੁਤ ਮਿੱਥ ਕੇ ਛੱਡਿਆ ਸੀ, ਚਾਹੁੰਦੇ ਤਾਂ ਨਹੀਂ ਸੀ, ਕਿਉਂਕਿ ਅਕਾਲੀਆਂ ਦੀ ਕੁਰਸੀ ਜਾ ਰਹੀ ਸੀ ਹੁਣ ਸਿੱਧੀ ਤੇ ਇੰਦਰਾ ਗਾਂਧੀ ਨੇ ਦਰਬਾਰਾ ਸਿੰਘ ਨੂੰ ਹੁਕਮ ਤਾਂ ਜਾਰੀ ਕਰਤਾ ਵੀ ਸੰਤ ਜਰਨੈਲ ਸਿੰਘ ਜੀ ਨੂੰ ਫੌਰਨ ਰਿਹਾ ਕਰ ਦਿੱਤਾ ਜਾਏ। ਸੋ ਉੱਪਰੋਂ ਆਏ ਹੁਕਮ ਤੋਂ ਬਾਅਦ 15 ਅਕਤੂਬਰ 1981 ਨੂੰ ਅਦਾਲਤ ਫੇਰ ਚੱਲ ਕੇ ਸੈਂਟਰਲ ਜੇਲ੍ਹ ਫਿਰੋਜ਼ਪੁਰ 'ਚ ਆਈ ਤੇ ਮੈਜਿਸਟ੍ਰੇਟ ਜੀ.ਕੇ. ਰਾਏ ਨੇ ਲਾਲੇ ਦੇ ਕਤਲ 'ਚ ਫੜੇ ਗਏ ਸੰਤਾਂ ਨੂੰ ਨਿਰਦੋਸ਼ ਕਰਾਰ ਦੇ ਕੇ ਬਿਨਾਂ ਸ਼ਰਤ ਰਿਹਾ ਕੀਤਾ, ਬਿਨਾਂ ਸ਼ਰਤ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਸੀ, ਬਹੁਤ ਵੱਡੀ ਜਿੱਤ ਸੀ ਤੇ ਅਕਾਲੀਆਂ ਨੇ ਜਿਹੜਾ ਫੋਕਾ ਦਬਾਅ ਬਣਾਇਆ ਸੀ ਇੰਦਰਾ ਤੇ ਕਿ ਸੰਤਾਂ ਨੂੰ ਰਿਹਾ ਕੀਤਾ ਜਾਵੇ, ਉਹ ਵਾਪਸ ਉਹਨਾਂ ਦੇ ਆ ਕੇ ਤੀਰ ਵੱਜਾ। ਸੰਗਤਾਂ ਦੇ ਰੋਹ ਨੂੰ ਦੇਖ ਕੇ, ਸੰਗਤਾਂ ਦੇ ਗੁੱਸੇ ਨੂੰ ਦੇਖ ਕੇ ਅਕਾਲੀਆਂ ਨੇ ਇਹ ਤੀਰ ਛੱਡਿਆ ਸੀ ਕਿ ਜੇਕਰ ਉਹ ਸੰਤਾਂ ਨੂੰ ਰਿਹਾ ਕਰਾਉਣ ਦੀ ਗੱਲ ਕਰਨਗੇ ਤਾਂ ਉਹਨਾਂ ਦੀ ਬੱਲੇ ਹੋਊਗੀ। ਤਾਂ ਵੋਟਾਂ ਜਿਹੜੀਆਂ ਸੰਗਤਾਂ ਨੂੰ ਵੋਟਾਂ ਦੇ ਰੂਪ 'ਚ ਦੇਖਦੇ ਨੇ ਅਕਾਲੀ ਸ਼ੁਰੂ ਤੋਂ ਹੀ, ਤਾਂ ਇਹ ਜਿਹੜੀਆਂ ਵੋਟਾਂ ਨੇ ਤਾਂ ਉਹਨਾਂ ਦੇ ਨਾਲ ਜੁੜੀਆਂ ਰਹਿ ਸਕਣਗੀਆਂ। ਇਹ ਉਹਨਾਂ ਨੂੰ ਪੱਕੀ ਉਮੀਦ ਸੀ ਕਿ ਇੱਕ ਵਾਰ ਲਾਲੇ ਦੇ ਕਤਲ ਦੇ ਵਿੱਚ ਸੰਤ ਅੰਦਰ ਚਲੇ ਗਏ ਤਾਂ ਜਲਦੀ ਬਾਹਰ ਨਹੀਂ ਆਉਣ ਲੱਗੇ। ਪਰ ਉਹਨਾਂ ਨੂੰ ਕੀ ਪਤਾ ਸੀ ਕਿ ਸੰਗਤਾਂ ਦੇ ਰੋਹ ਅੱਗੇ ਕੇਂਦਰ ਸਰਕਾਰ ਵੀ ਝੁਕਣ ਲਈ ਤਿਆਰ ਹੋ ਜਾਊਗੀ। ਰਿਹਾਈ ਦਾ ਹੁਕਮ ਹੋਣ ਤੋਂ ਬਾਅਦ ਸੰਤ ਜਦੋਂ ਜੇਲ੍ਹ ਤੋਂ ਬਾਹਰ ਆਏ ਤਾਂ ਉਹਨਾਂ ਨੇ ਕੇਸਰੀ ਪਗੜੀ ਦੀ ਥਾਂ ਤੇ ਦੁਬਾਰਾ ਨੀਲੀ ਦਸਤਾਰ ਸਜਾਈ ਤੇ ਜੇਲ੍ਹ ਦੇ ਬੂਹੇ ਅੱਗੇ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋਏ ਸਿੰਘਾਂ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਗਜਾ ਕੇ ਸੰਤਾਂ ਦਾ ਸਵਾਗਤ ਕੀਤਾ ਤੇ ਸਵਾਗਤ ਕਰਨ ਵਾਲਿਆਂ 'ਚ ਜਥੇਦਾਰ ਗੁਰਚਰਨ ਸਿੰਘ ਟੌੜਾ ਤੇ ਸੰਤੋਖ ਸਿੰਘ ਦਿੱਲੀ, ਸਿੱਖ ਸਟੂਡੈਂਟਸ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਉੱਥੇ ਮੌਜੂਦ ਸਨ ਤੇ ਸਵਾਗਤ ਕਰਨ ਲਈ ਇਕੱਠੀ ਹੋਈ ਸੰਗਤ ਦਾ ਧੰਨਵਾਦ ਕਰਨ ਤੋਂ ਬਾਅਦ ਸੰਤ ਕਾਰ 'ਚ ਬੈਠ ਕੇ ਅੰਮ੍ਰਿਤਸਰ ਲਈ ਰਵਾਨਾ ਹੋਏ। ਦਰਬਾਰ ਸਾਹਿਬ ਪਹੁੰਚ ਕੇ ਮੱਥਾ ਟੇਕਿਆ ਤੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। 21 ਦਸੰਬਰ 1981 ਦੀ ਰਾਤ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਨੂੰ ਗੋਲੀ ਮਾਰ ਕੇ ਕਿਸੇ ਨੇ ਕਤਲ ਕਰ ਦਿੱਤਾ। ਮਨਜੀਤ ਸਿੰਘ ਜੀ.ਕੇ. ਜਿਹੜਾ ਹੁਣ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਆ, ਬਾਦਲ ਦਾ ਪਿੱਠੂ, ਇਹਦੇ ਪਿਤਾ ਸਨ ਜਥੇਦਾਰ ਸੰਤੋਖ ਸਿੰਘ। ਜਥੇਦਾਰ ਸੰਤੋਖ ਸਿੰਘ ਨਾਲ ਸੰਤਾਂ ਦਾ ਕਾਫੀ ਪ੍ਰੇਮ ਸੀ, ਦੋਸਤੀ ਸੀ ਤੇ ਉਹਨਾਂ ਦੇ ਕਤਲ ਦੀ ਖਬਰ ਸੁਣਦਿਆਂ ਹੀ ਸੰਤਾਂ ਨੇ ਕਾਫੀ ਦੁੱਖ ਮਹਿਸੂਸ ਕੀਤਾ। ਅਕਾਲ ਚਲਾਣਾ ਕਰ ਗਏ ਜਥੇਦਾਰ ਸੰਤੋਖ ਸਿੰਘ ਜੀ ਦੀ ਆਤਮਿਕ ਕਲਿਆਣ ਦੇ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਹਨਾਂ ਦੀ ਕੋਠੀ ਗ੍ਰੇਟਰ ਕੈਲਾਸ਼ 'ਚ ਭੋਗ ਪਾਇਆ ਗਏ ਤੇ ਇਸ ਮੌਕੇ ਤੇ ਜਥੇਦਾਰ ਦੇ ਸਪੁੱਤਰ ਮਨਜੀਤ ਸਿੰਘ ਨੇ ਆਪਣੇ ਪਿਤਾ ਦੇ ਪੂਰਨਿਆਂ ਤੇ
ਤੁਰਦਿਆਂ ਆਪਣਾ ਸਾਰਾ ਜੀਵਨ ਪੰਥ ਸੇਵਾ 'ਚ ਲਾਉਣ ਦੀ ਪ੍ਰਤੀਗਿਆ ਕੀਤੀ, ਸਹੁੰ ਚੁੱਕੀ ਤੇ ਸੰਤ ਭਿੰਡਰਾਂ ਵਾਲਿਆਂ ਨੇ ਉਹਨਾਂ ਨੂੰ ਅਸ਼ੀਰਵਾਦ ਦੇ ਕੇ ਨਿਵਾਜਿਆ ਤੇ ਉਹ ਜਿਹੜੀ ਪ੍ਰਤੀਗਿਆ ਕੀਤੀ ਸੀ ਅੱਜ ਸਾਰਿਆਂ ਨੂੰ ਪਤਾ ਹੈ। ਬਾਅਦ 'ਚ ਜਥੇਦਾਰ ਸੰਤੋਖ ਸਿੰਘ ਜੀ ਨੂੰ ਸ਼ਰਧਾਂਜਲੀਆਂ ਦੇਣ ਲਈ ਗੁਰਦੁਆਰਾ ਰਕਾਬਗੰਜ ਸਾਹਿਬ 'ਚ ਦੀਵਾਨ ਸਜਾਇਆ ਗਿਆ, ਜਿਹਦੇ 'ਚ ਅੱਡ-ਅੱਡ ਧਰਮ, ਅੱਡ-ਅੱਡ ਵਿਚਾਰਾਂ ਤੇ ਅੱਡ-ਅੱਡ ਰਾਜਸੀ ਖਿਆਲਾਂ ਦੇ ਬਹੁਤ ਜ਼ਿਆਦਾ ਲੀਡਰਾਂ ਨੇ ਜਥੇਦਾਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਤੇ ਬੋਲਦਿਆਂ ਸੰਤਾਂ ਨੇ ਕਿਹਾ ਕਿ ਜਥੇਦਾਰ ਸੰਤੋਖ ਸਿੰਘ ਜੀ ਧਰਮ ਪ੍ਰਤੀ ਬਹੁਤ ਬੇਬਲ ਸਨ, ਉਹਨਾਂ ਨੂੰ ਆਪਣੇ ਧਰਮ ਪ੍ਰਤੀ ਬਹੁਤ ਨਿਹਚਾ ਸੀ। ਜਥੇਦਾਰ ਦੇ ਸਿੱਖੀ ਸਿਦਕ ਤੇ ਪੰਥਕ ਸੇਵਾਵਾਂ ਦਾ ਜ਼ਿਕਰ ਕਰਨ ਤੋਂ ਬਾਅਦ ਸੰਤਾਂ ਨੇ ਆਪਣੇ ਬਾਰੇ ਪੱਤਰਕਾਰਾਂ ਵੱਲੋਂ ਕੀਤੀਆਂ ਜਾਂਦੀਆਂ ਗਲਤ ਬਿਆਨੀਆਂ ਦਾ ਖੰਡਨ ਕਰਦਿਆਂ ਕਿਹਾ ਕਿ ਮੈਂ ਹਿੰਦੂ ਸਿੱਖ ਏਕਤਾ ਲਈ ਬਹੁਤ ਉਤਸੁਕ ਹਾਂ, ਪਰ ਕੁਝ ਅਖਬਾਰ ਮੇਰੇ ਤੇ ਬਿਆਨਾਂ ਨੂੰ ਗਲਤ ਪੇਸ਼ ਕਰਦੇ ਰਹਿੰਦੇ ਨੇ ਤੇ ਮੈਂ ਕਹਿੰਦਾ ਕਿ ਹਰ ਕਿਸੇ ਨੂੰ ਆਪਣੇ ਧਰਮ 'ਚ ਪਰਪੱਕ ਰਹਿਣਾ ਚਾਹੀਦਾ ਹੈ। ਤੇ ਇਸ ਤਰ੍ਹਾਂ ਸੰਤਾਂ ਨੇ ਉੱਥੇ ਦਿੱਲੀ ਵਿੱਚ ਹੀ ਇਹ ਬਿਆਨ ਦਿੱਤਾ ਜਦੋਂ ਕੁਝ ਹਿੰਦੂਵਾਦੀ ਪੱਤਰਕਾਰਾਂ ਨੇ ਉਹਨਾਂ ਨੂੰ ਗਲਤ ਸਵਾਲ ਕਰਨੇ ਸ਼ੁਰੂ ਕਰ ਦਿੱਤੇ। 15 ਜੁਲਾਈ 1982 ਨੂੰ ਸੰਤ ਜਰਨੈਲ ਸਿੰਘ ਜੀ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਕ ਮਹਿਤਾ 'ਚ ਉਹਨਾਂ ਦੀ ਤਬੀਅਤ ਜਿਹੜੀ ਹੈ ਥੋੜੀ ਢਿੱਲੀ ਹੋ ਗਈ ਤੇ ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਉਹਨਾਂ ਨੂੰ 2 ਵਾਰ ਗਲੂਕੋਜ਼ ਵੀ ਲਾਣਾ ਪਿਆ। ਅੰਮ੍ਰਿਤਸਰ 'ਚ ਸੰਤਾਂ ਦੀ ਬਿਮਾਰੀ ਦੀ ਖਬਰ ਫੈਲਦੇ ਹੀ ਅਬਨਾਸ਼ੀ ਸਿੰਘ ਨੇ ਆਪਣੇ ਨਾਲ ਜਥੇਦਾਰ ਓਂਕਾਰ ਸਿੰਘ ਤੇ ਮੱਤੇ ਨੰਗਲ ਜਨਰਲ ਸੈਕਟਰੀ ਸ਼੍ਰੋਮਣੀ ਕਮੇਟੀ ਤੇ ਡਾਕਟਰ ਬਲਦੇਵ ਸਿੰਘ ਬਰਾੜ ਮੈਡੀਕਲ ਸੁਪਰਡੈਂਟ ਗੁਰੂ ਰਾਮਦਾਸ ਹਸਪਤਾਲ ਨੂੰ ਲੈ ਕੇ ਗੁਰਦਰਸ਼ਨ ਪ੍ਰਕਾਸ਼ ਚੌਕ ਮਹਿਤਾ ਰਵਾਨਾ ਹੋ ਗਏ। ਉਹ ਉੱਥੇ ਪਹੁੰਚ ਗਏ। ਡਾਕਟਰ ਬਰਾੜ ਦੇ ਕਾਫੀ ਚਰਚੇ ਸਨ, ਕਾਫੀ ਮਸ਼ਹੂਰ ਡਾਕਟਰ ਹੋਏ ਨੇ ਉਹ, ਤੇ ਡਾਕਟਰ ਬਰਾੜ ਨੇ ਇਲਾਜ ਤਜਵੀਜ਼ ਕਰਨ ਤੋਂ ਇਲਾਵਾ ਸੰਤਾਂ ਨੂੰ ਇਹ ਸਲਾਹ ਦਿੱਤੀ ਕਿ 21 ਜੁਲਾਈ ਤੱਕ ਮੁਕੰਮਲ ਆਰਾਮ ਕੀਤਾ ਜਾਵੇ ਤੇ ਸੰਤਾਂ ਨੇ ਡਾਕਟਰ ਬਰਾੜ ਦੀ ਸਲਾਹ ਮੰਨਦਿਆਂ ਆਪਣੇ ਸਾਰੇ ਪ੍ਰੋਗਰਾਮ ਕੈਂਸਲ ਕਰ ਦਿੱਤੇ ਤੇ ਆਖਿਆ ਕਿ ਉਹ 21 ਜੁਲਾਈ ਤੱਕ ਚੌਕ ਮਹਿਤਾ ਹੀ ਰਹਿਣਗੇ। ਪਰ ਇਹ ਗੱਲ ਸੰਤਾਂ ਦੇ ਚਿੱਤੇ ਵੀ ਨਹੀਂ ਸੀ ਕਿ ਉਹਨਾਂ ਨੂੰ ਬਿਮਾਰੀ ਦੀ ਹਾਲਤ 'ਚ ਇੱਕ ਹਫ਼ਤਾ ਆਰਾਮ ਕਰਨਾ ਨਸੀਬ ਹੋਣਾ ਹੀ ਨਹੀਂ। 19 ਜੁਲਾਈ 1982 ਨੂੰ ਅੰਮ੍ਰਿਤਸਰੋਂ ਖਬਰ ਆਈ ਕਿ ਭਾਈ ਅਮਰੀਕ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। 15 ਜੁਲਾਈ ਨੂੰ ਉਹਨਾਂ ਦੀ ਤਬੀਅਤ ਖਰਾਬ ਹੁੰਦੀ ਹੈ ਤੇ 19 ਜੁਲਾਈ ਨੂੰ ਉਹਨਾਂ ਨੂੰ ਖਬਰ ਮਿਲਦੀ ਹੈ ਕਿ ਭਾਈ ਅਮਰੀਕ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਖਬਰ ਮਿਲਦਿਆਂ ਹੀ ਸੰਤ ਜੀ ਜਥੇ ਸਮੇਤ ਅੰਮ੍ਰਿਤਸਰ ਕੂਚ ਕਰ ਗਏ ਤੇ ਗੁਰੂ ਨਾਨਕ ਨਿਵਾਸ 'ਚ ਜਾ ਕੇ ਡੇਰੇ ਲਾ ਲਏ ਤੇ ਇੱਥੇ ਆਉਣ ਤੇ ਸੰਤ ਜਰਨੈਲ ਸਿੰਘ ਨੂੰ ਭਾਈ ਅਮਰੀਕ ਸਿੰਘ ਦੀ ਗ੍ਰਿਫਤਾਰੀ ਦੇ ਪੂਰੇ ਵੇਰਵੇ ਦਾ ਪਤਾ ਲੱਗਾ। ਸੰਤਾਂ ਨੂੰ ਦੱਸਿਆ ਗਿਆ ਕਿ ਅੱਜ ਸਵੇਰੇ ਭਾਈ ਅਮਰੀਕ ਸਿੰਘ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਜ਼ਿਲ੍ਹਾ ਕਚਹਿਰੀ ਅੰਮ੍ਰਿਤਸਰ 'ਚ ਸੰਤਾਂ ਦੇ 3 ਗ੍ਰਿਫਤਾਰ ਕੀਤੇ ਗਏ ਸਿੰਘਾਂ ਦੀਆਂ ਜ਼ਮਾਨਤਾਂ ਕਰਾਉਣ ਲਈ ਵਕੀਲ ਦਾ ਪ੍ਰਬੰਧ ਕਰਨ ਗਏ ਸਨ। ਇਹ 3 ਸਿੰਘ 2 ਦਿਨ ਪਹਿਲਾਂ ਸ਼ਨੀਵਾਰ 17 ਜੁਲਾਈ 1982 ਨੂੰ ਬਿਨਾਂ ਲਾਇਸੈਂਸ ਅਸਲਾ ਰੱਖਣ ਦੇ ਜੁਰਮ 'ਚ ਬਾਬੇ ਬਕਾਲੇ ਨੇੜੇ ਫੜੇ ਸਨ। ਭਾਈ ਰਛਪਾਲ ਸਿੰਘ ਕੋਲ 32 ਬੋਰ ਦਾ ਰਿਵਾਲਵਰ ਸੀ ਜਿਸ ਦਾ ਲਾਇਸੈਂਸ ਰਿਨਿਊ ਨਹੀਂ ਸੀ ਕਰਾਇਆ ਗਿਆ ਤੇ ਭਾਈ ਕੁਲਵੰਤ ਸਿੰਘ ਪਾਸੋਂ 38 ਬੋਰ ਦਾ ਰਿਵਾਲਵਰ ਬਰਾਮਦ ਕੀਤਾ ਗਿਆ ਸੀ ਤੇ ਭਾਈ ਲੱਖਾ ਸਿੰਘ ਪਾਸੋਂ ਕਾਰਬਾਈਨ ਖੋਈ ਗਈ ਸੀ ਜਿਹੜੀ ਭਾਈ ਅਮਰੀਕ ਸਿੰਘ ਦੀ ਸੀ ਤੇ ਭਾਈ ਲੱਖਾ ਸਿੰਘ ਪਾਸ ਇਹ ਅਸਲਾ ਚੁੱਕਣ ਦਾ ਲਾਇਸੈਂਸ ਨਹੀਂ ਸੀ। ਭਾਈ ਅਮਰੀਕ ਸਿੰਘ ਉੱਤੇ ਸ਼ਾਂਤ ਨਾਮ ਦਾ ਇੱਕ ਨਿਰੰਕਾਰੀ ਹੈ, ਸ਼ਾਂਤ ਨਾਮ ਦਾ ਨਿਰੰਕਾਰੀ ਹੁੰਦਾ ਸੀ ਤੇ ਉਹਨੂੰ ਕਤਲ ਕਰਨ ਦੀ ਸਾਜ਼ਿਸ਼ ਤਿਆਰ ਕਰਨ ਦਾ ਤੇ ਦਫਾ 144 ਦੀ ਉਲੰਘਣਾ ਕਰਨ ਦਾ ਕੇਸ ਦਰਜ ਕੀਤਾ ਗਿਆ। ਇਹ ਜਾਣਕਾਰੀ ਮਿਲਣ ਤੋਂ ਬਾਅਦ ਸੰਤ ਜਰਨੈਲ ਸਿੰਘ ਨੇ ਗੁਰੂ ਨਾਨਕ ਨਿਵਾਸ 'ਚ ਆਪਣੇ ਨੇੜੇ ਦੇ ਬਹੁਤ ਨਜ਼ਦੀਕੀ ਬੰਦਿਆਂ ਦੀ ਇੱਕ ਮੀਟਿੰਗ ਬੁਲਾਈ, ਸਲਾਹ ਮਸ਼ਵਰਾ ਕੀਤਾ ਤੇ ਫੈਸਲਾ ਕਰ ਲਿਆ ਕਿ ਕੱਲ ਨੂੰ 20 ਸਤੰਬਰ 1982 ਤੋਂ ਮੋਰਚਾ ਲਾ ਦਿੱਤਾ ਜਾਏਗਾ। 15 ਨੂੰ ਉਹ ਬਿਮਾਰ ਹੁੰਦੇ ਨੇ, 19 ਨੂੰ ਉਹ ਅੰਮ੍ਰਿਤਸਰ ਪਹੁੰਚਦੇ ਨੇ ਖਬਰ ਮਿਲਦਿਆਂ ਹੀ ਭਾਈ ਅਮਰੀਕ ਸਿੰਘ ਦੀ ਗ੍ਰਿਫਤਾਰੀ ਦੀ ਤੇ 20 ਤੋਂ ਮੋਰਚਾ ਲਾਉਣ ਦਾ ਐਲਾਨ ਹੁੰਦਾ ਹੈ। ਨਾਲ ਦੀ ਨਾਲ ਦੇਖੋ ਤੇ ਮੋਰਚੇ ਦੀ ਰੂਪਰੇਖਾ ਬਿਆਨ ਕਰਦਿਆਂ ਸੰਤਾਂ ਨੇ ਦੱਸਿਆ ਕਿ ਕੱਲ ਤੋਂ ਹਰ ਰੋਜ਼ ਸਾਡੇ ਜਥੇ ਦੇ 51 ਸਿੰਘ ਗ੍ਰਿਫਤਾਰੀ ਦਿਆ ਕਰਨਗੇ ਤੇ 25 ਸਤੰਬਰ 1982 ਨੂੰ ਮੰਜੀ ਸਾਹਿਬ ਹਾਲ 'ਚ ਇੱਕ ਬਹੁਤ ਵੱਡਾ ਪੰਥਕ ਇਕੱਠ ਬੁਲਾ ਕੇ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਏਗਾ ਤੇ 20 ਸਤੰਬਰ 1982 ਨੂੰ ਮੋਰਚਾ ਸ਼ੁਰੂ ਹੋ ਗਿਆ ਤੇ ਇਹਦੇ ਨਾਲ ਹੀ ਸੰਤਾਂ ਨੇ 25 ਸਤੰਬਰ 1982 ਦੇ ਪੰਥਕ ਇਕੱਠ ਨੂੰ ਸਫਲ ਬਣਾਉਣ ਲਈ ਤਿਆਰੀ ਸ਼ੁਰੂ ਕਰ ਦਿੱਤੀ। ਸੰਤਾਂ ਨੇ ਦੇਸ਼ ਪ੍ਰਦੇਸ਼ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 25 ਸਤੰਬਰ 1982 ਨੂੰ ਵੱਡੀ ਗਿਣਤੀ 'ਚ ਅੰਮ੍ਰਿਤਸਰ ਪਹੁੰਚਣ ਤੇ ਜਿਹੜੇ ਬਾਦਲ ਵਰਗੇ ਜਾਂ ਬਾਦਲ ਦੇ ਚੇਲੇ ਚਾਟੜੇ ਇਹ ਦੋਸ਼ ਲਾਉਂਦੇ ਸਨ ਕਿ ਸੰਤਾਂ ਨੂੰ ਕਾਂਗਰਸ ਨੇ ਖੜਾ ਕੀਤਾ ਤੇ ਉਹ ਆਪ ਹੀ ਦੱਸਣ ਹੁਣ ਕਿ ਇੱਥੇ ਗੱਲ ਕਿੱਥੇ ਖੜਦੀ ਹੈ ਤੇ ਕਿਵੇਂ ਗ੍ਰਿਫਤਾਰੀ ਹੁੰਦੀ ਹੈ ਸਿੰਘਾਂ ਦੀ ਤੇ ਉਹਨਾਂ ਦੀਆਂ ਗ੍ਰਿਫਤਾਰੀਆਂ ਦੇ ਵਿਰੁੱਧ ਦੇ ਵਿੱਚ ਕਿਵੇਂ ਮੋਰਚਾ ਲੱਗਦਾ ਹੈ ਤੇ ਕਿਵੇਂ ਸੰਤਾਂ ਦਾ ਆਗਮਨ ਹੁੰਦਾ। ਉਹ ਦੋਸ਼ ਲਾਉਂਦੇ ਨੇ ਕਿ ਕਾਂਗਰਸ ਨੇ ਖੜਾ ਕੀਤਾ ਤੇ ਜਦੋਂ 1978 'ਚ ਖੂਨੀ ਸਾਕਾ ਹੁੰਦਾ ਅੰਮ੍ਰਿਤਸਰ ਦਾ ਨਿਰੰਕਾਰੀ ਗੋਲੀकांड ਦੇ ਵਿੱਚ ਤਾਂ ਉਸ ਵੇਲੇ ਮੁੱਖ ਮੰਤਰੀ ਕੌਣ ਸੀ। ਤਾਂ ਐਸੇ ਤਰੀਕੇ ਨਾਲ ਮੋਰਚਾ ਸ਼ੁਰੂ ਹੋ ਗਿਆ ਤੇ 25 ਜੁਲਾਈ 1982 ਦੀ ਕਾਨਫਰੰਸ ਸੱਦ ਲਈ ਗਈ ਮੰਜੀ ਸਾਹਿਬ ਦੀਵਾਨ ਹਾਲ 'ਚ ਤੇ 24 ਜੁਲਾਈ 1982 ਦੀ ਰਾਤ ਨੂੰ ਚੰਡੀਗੜ੍ਹ ਦੇ ਸੈਕਟਰ 9 'ਚ ਪ੍ਰਕਾਸ਼ ਬਾਦਲ ਜਿਹੜਾ ਉਸ ਵੇਲੇ ਸਾਬਕਾ ਮੁੱਖ ਮੰਤਰੀ ਹੋ ਚੁੱਕਿਆ ਸੀ ਪੰਜਾਬ ਦਾ,
ਉਹਦੀ ਕੋਠੀ ਤੇ ਸੀਨੀਅਰ ਅਕਾਲੀ ਲੀਡਰਾਂ ਦੀ ਇੱਕ ਐਮਰਜੈਂਸੀ ਮੀਟਿੰਗ ਹੋਈ, ਜਿਹਦੇ 'ਚ ਇਹ ਸਲਾਹ ਮਸ਼ਵਰਾ ਕੀਤਾ ਗਿਆ ਕਿ ਅੰਮ੍ਰਿਤਸਰ 'ਚ ਭਿੰਡਰਾਂਵਾਲੇ ਸੰਤਾਂ ਵੱਲੋਂ ਲਾਏ ਗਏ ਮੋਰਚੇ ਸੰਬੰਧੀ ਕੀ ਰਵੱਈਆ ਧਾਰਨ ਕੀਤਾ ਜਾਏ। ਦੇਖੋ ਤੁਸੀਂ ਹੁਣ ਇਸ ਮੀਟਿੰਗ ਬਹੁਤ ਕੱਲੀ ਗੱਲ ਸਮਝਣ ਵਾਲੀ ਹੈ। ਇਸ ਮੀਟਿੰਗ 'ਚ ਟੌੜੇ ਨੇ ਕਿਹਾ ਕਿ ਅਕਾਲੀ ਦਲ ਲੌਂਗੋਵਾਲ ਸੰਤ ਭਿੰਡਰਾਂਵਾਲਿਆਂ ਦੇ ਮੋਰਚੇ ਦੇ ਸਬੰਧ 'ਚ ਸਪਸ਼ਟ ਨੀਤੀ ਬਣਾਵੇ, ਨਹੀਂ ਤਾਂ ਅਸੀਂ ਕਿਤੇ ਮੂੰਹ ਦਿਖਾਉਣ ਜੋਗੇ ਨਹੀਂ ਰਹਾਂਗੇ। ਇਹ ਗੱਲ ਸਪਸ਼ਟ ਕਹੀ ਟੌੜੇ ਨੇ ਉਸ ਮੀਟਿੰਗ 'ਚ। ਮਤਲਬ ਸਪਸ਼ਟ ਸੀ, ਕੁਰਸੀਆਂ ਜਾਂਦੀਆਂ ਲੱਗਦੀਆਂ ਸੀ ਇਹਨਾਂ ਦੀਆਂ ਸਾਰਿਆਂ ਦੀਆਂ। ਤੇ ਬਲਵੰਤ ਸਿੰਘ ਸਾਬਕਾ ਖਜ਼ਾਨਾ ਮੰਤਰੀ ਨੇ ਟੌੜੇ ਦੇ ਵਿਚਾਰਾਂ ਦੀ ਪੁਸ਼ਟੀ ਕਰ ਦਿੱਤੀ। ਉਹ ਵੀ ਕਹਿੰਦਾ ਕਿ ਹਾਂ ਠੀਕ ਆ, ਜੇ ਆਪਾਂ ਹੁਣ ਆਪਣੇ ਆਪ ਨੂੰ ਬਚਾਉਣਾ ਜਾਂ ਸਿੱਖ ਵੋਟਰਾਂ ਨੂੰ ਆਪਣੇ ਨਾਲ ਲਾਈ ਰੱਖਣਾ ਤਾਂ ਸਾਨੂੰ ਸਪਸ਼ਟ ਹੋ ਕੇ ਸੰਤਾਂ ਦਾ ਸਾਥ ਦੇਣਾ ਚਾਹੀਦਾ। ਇਹ ਬਾਦਲ ਸੀ ਜਿਹਨੇ ਇਸ ਗੱਲ ਦਾ ਵਿਰੋਧ ਕੀਤਾ ਸੀ। ਬਾਦਲ ਨੇ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਦੇ ਮੋਰਚੇ 'ਚ ਸ਼ਾਮਲ ਹੋਣ ਦਾ ਮਤਲਬ ਹੈ ਅਕਾਲੀ ਦਲ ਦੀ ਵੱਖਰੀ ਹਸਤੀ ਖਤਮ ਕਰਨਾ, ਤੇ ਇਹਦੇ ਨਾਲ ਵੱਡੇ ਮਸਲਿਆਂ ਲਈ ਚੱਲ ਰਹੇ ਉਹਨਾਂ ਦੇ ਜਿਹੜੇ ਕੁਰਸੀ ਯੁੱਧ ਨੂੰ ਧੱਕਾ ਵੀ ਲੱਗ ਸਕਦਾ। ਬਾਦਲ ਚਾਹੁੰਦਾ ਸੀ ਕਿ ਅਕਾਲੀ ਹਾਈ ਕਮਾਂਡ ਦੇ ਮੈਂਬਰ ਸੰਤ ਭਿੰਡਰਾਂਵਾਲਿਆਂ ਵੱਲੋਂ 25 ਜੁਲਾਈ 1982 ਨੂੰ ਅੰਮ੍ਰਿਤਸਰ 'ਚ ਸੱਦੀ ਗਈ ਪੰਥਕ ਕਨਵੈਨਸ਼ਨ 'ਚ ਨਾ ਜਾਣ। ਇਹਦੇ ਲਈ ਉਹਨਾਂ ਨੂੰ ਅੰਮ੍ਰਿਤਸਰ ਜਾਣ ਤੋਂ ਰੋਕਣ ਲਈ ਫਤਿਹਗੜ੍ਹ ਸਾਹਿਬ 'ਚ 25 ਜੁਲਾਈ 1982 ਨੂੰ ਅਕਾਲੀ ਹਾਈ ਕਮਾਂਡ ਦੀ ਮੀਟਿੰਗ ਰੱਖ ਦਿੱਤੀ ਬਾਦਲ ਨੇ। ਤੇ ਦੇਖੋ ਹੁਣ ਤੁਸੀਂ ਆਪਣੇ ਆਪ ਦੇ ਵਿੱਚ, ਜੇਕਰ ਅਸੀਂ ਆਪਣਾ ਇਤਿਹਾਸ ਪਿਛਲਾ ਨਹੀਂ ਪੜਾਂਗੇ, ਸਾਡਾ ਇਤਿਹਾਸ ਹੈ, ਤਾਂ ਸਾਨੂੰ ਸੱਚ ਨਹੀਂ ਪਤਾ ਲੱਗੇਗਾ ਕਿ ਅਸਲ ਗੱਲ ਕੀ ਹੈ। 25 ਜੁਲਾਈ 1982 ਨੂੰ ਫਤਿਹਗੜ੍ਹ ਸਾਹਿਬ 'ਚ ਅਕਾਲੀ ਦਲ ਲੌਂਗੋਵਾਲ ਦੀ ਮੀਟਿੰਗ ਹੁੰਦੀ ਹੈ ਹਾਈ ਕਮਾਂਡ ਦੀ, ਤੇ ਮੀਟਿੰਗ ਨਾਲ ਅਕਾਲੀ ਰਾਜਨੀਤੀ ਦੀ ਤਸਵੀਰ ਵੀ ਸਾਡੇ ਸਾਹਮਣੇ ਨਿਖਰ ਕੇ ਆ ਜਾਂਦੀ ਹੈ, ਜਿਸ ਨੇ ਇਹ ਭੇਤ ਖੋਲ੍ਹ ਦਿੱਤਾ ਕਿ ਪੰਥਕ ਆਗੂਆਂ 'ਚ ਕੌਣ ਕਿੱਥੇ ਖੜਾ। ਇਹ ਬਾਦਲ ਦਲ ਦੀ ਫਤਿਹਗੜ੍ਹ ਸਾਹਿਬ ਦੀ ਮੀਟਿੰਗ 'ਚ ਜਿਹੜੇ ਲੀਡਰ ਸ਼ਾਮਲ ਹੋਏ, ਉਹਨਾਂ 'ਚ ਸੰਤ ਲੌਂਗੋਵਾਲ, ਹਰਚੰਦ ਲੌਂਗੋਵਾਲ, ਪ੍ਰਕਾਸ਼ ਬਾਦਲ, ਸੁਰਜੀਤ ਬਰਨਾਲਾ, ਅਜੀਤ ਸਰਹੱਦੀ, ਬਾਬੂ ਆਤਮਾ ਸਿੰਘ, ਹਰਬੰਸ ਸਿੰਘ ਮਜੀਠਾ, ਇਹ ਲੋਕ ਸ਼ਾਮਲ ਹੋਏ ਫਤਿਹਗੜ੍ਹ ਸਾਹਿਬ ਵਾਲੀ ਮੀਟਿੰਗ 'ਚ। ਤੇ ਮੰਜੀ ਸਾਹਿਬ ਸੰਤਾਂ ਦੀ ਜਿਹੜੀ ਕਨਵੈਨਸ਼ਨ ਸੀ ਸੰਤ ਭਿੰਡਰਾਂਵਾਲਿਆਂ ਦੀ, ਉਹ ਸਟੇਜ ਤੇ ਕੌਣ-ਕੌਣ ਸਨ, ਉੱਥੇ ਕਿਹੜੇ-ਕਿਹੜੇ ਪਹੁੰਚੇ। ਉੱਥੇ ਗੁਰਚਰਨ ਸਿੰਘ ਟੌੜਾ, ਬੀਬੀ ਨਿਰਲੇਪ ਕੌਰ, ਬੀਬੀ ਰਜਿੰਦਰ ਕੌਰ, ਬਸੰਤ ਸਿੰਘ ਖਾਲਸਾ, ਰਣਧੀਰ ਸਿੰਘ ਚੀਮਾ, ਗੁਰਨਾਮ ਸਿੰਘ ਧੀਰ, ਇੱਕ ਦੋ ਲੀਡਰ ਹੋਰ ਪਹੁੰਚੇ। ਜਿਹੜੇ ਨਾ ਅੰਮ੍ਰਿਤਸਰ ਪਹੁੰਚੇ ਤੇ ਨਾ ਫਤਿਹਗੜ੍ਹ ਸਾਹਿਬ ਗਏ, ਬਲਕਿ ਚੰਡੀਗੜ੍ਹ ਤੋਂ ਚੱਲ ਕੇ ਜਲੰਧਰ ਆ ਕੇ ਰੁਕੇ ਤੇ ਕਹਿਣ ਲੱਗੇ ਨਹਿਰ ਰੋਕੋ ਮੋਰਚੇ ਲਈ ਆਪਣੇ ਹਲਕੇ ਦਾ ਜਥਾ ਤੋਰਨਾ ਹੈ, ਉਹਨਾਂ 'ਚ ਸੀ ਉਹ ਬਲਵੰਤ ਸਿੰਘ ਬਹਾਨੇਬਾਜ਼। ਫਤਿਹਗੜ੍ਹ ਸਾਹਿਬ 'ਚ ਹੋਈ ਅਕਾਲੀ ਦਲ ਦੀ ਜਿਹੜੀ ਮੀਟਿੰਗ ਸੀ, ਉਹਦੇ 'ਚ ਅਕਾਲੀ ਦਲ ਦੇ ਇਤਿਹਾਸ 'ਚ ਸ਼ਾਇਦ ਇਹ ਪਹਿਲੀ ਮੀਟਿੰਗ ਸੀ ਜਿਸ ਨੇ ਟੈਲੀਫੋਨ ਤੇ ਟੈਲੀਗ੍ਰਾਫ ਨੋਟਿਸ ਦੇ ਕੇ 24 ਘੰਟੇ ਦੇ ਅੰਦਰ 26 ਜੁਲਾਈ 1982 ਨੂੰ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ 'ਚ ਅਕਾਲੀ ਦਲ ਦਾ ਜਨਰਲ ਇਜਲਾਸ ਸੱਦ ਲਿਆ, ਸਿਰਫ 24 ਘੰਟੇ ਦੇ ਨੋਟਿਸ ਤੇ। ਮੀਟਿੰਗ ਖਤਮ ਹੋਣ ਤੋਂ ਬਾਅਦ ਪ੍ਰੈਸ ਰਿਪੋਰਟਰਾਂ ਨੇ ਲੌਂਗੋਵਾਲ ਨੂੰ ਪੁੱਛਿਆ ਕਿ ਟੌੜਾ ਦੀ ਗੈਰ ਹਾਜ਼ਰੀ ਦਾ ਕਾਰਨ ਕੀ ਹੈ, ਤਾਂ ਲੌਂਗੋਵਾਲ ਨੇ ਕਿਹਾ ਟੌੜਾ ਸਾਹਿਬ ਭਿੰਡਰਾਂਵਾਲੇ ਦੀ ਕਨਵੈਨਸ਼ਨ ਦਾ ਜਾਇਜ਼ਾ ਲੈਣ ਲਈ ਅੰਮ੍ਰਿਤਸਰ ਗਏ ਹੋਏ ਨੇ, ਜਾਇਜ਼ਾ ਲੈਣ ਲਈ। ਪਰ ਮੂੰਹੋਂ ਨਿਕਲੇ ਇਸ ਸੱਚ ਤੇ ਪਰਦਾ ਪਾਉਣ ਲਈ ਲੌਂਗੋਵਾਲ ਨੇ ਆਪਣਾ ਬਿਆਨ ਬਦਲ ਲਿਆ ਨਾਲ ਦੀ ਨਾਲ ਤੇ ਕਹਿਣ ਲੱਗਾ ਕੱਲ ਅੰਮ੍ਰਿਤਸਰ 'ਚ ਅਕਾਲੀ ਦਲ ਦਾ ਜਨਰਲ ਇਜਲਾਸ ਹੋ ਰਿਹਾ ਤੇ ਟੌੜਾ ਉਸ ਇਜਲਾਸ ਦੇ ਪ੍ਰਬੰਧਾਂ ਦੀ ਦੇਖਭਾਲ ਕਰਨ ਲਈ ਅੰਮ੍ਰਿਤਸਰ ਗਿਆ ਹੋਇਆ। ਸੋ 25 ਜੁਲਾਈ 1982 ਨੂੰ ਅੰਮ੍ਰਿਤਸਰ ਪਹੁੰਚਣ ਲਈ ਭਿੰਡਰਾਂਵਾਲੇ ਸੰਤਾਂ ਵੱਲੋਂ ਲਾਈ ਗਈ ਨਗਾਰੇ ਤੇ ਚੋਟ ਸੁਣ ਕੇ ਸਿੰਘਾਂ ਨੇ ਇੱਕ ਦਿਨ ਪਹਿਲਾਂ ਹੀ ਅੰਮ੍ਰਿਤਸਰ ਪਹੁੰਚਣਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਦਿਨ ਦੇ ਦਿਨ ਪਹੁੰਚਣ ਵਾਲੇ ਲੋਕਾਂ ਨੂੰ ਸ਼ਹਿਰ ਤੋਂ ਬਾਹਰ ਰੋਕ ਦੇਣ ਲਈ ਪੰਜਾਬ ਸਰਕਾਰ ਨੇ ਆਪਣੀ ਸਕੀਮ ਤਾਂ ਪੂਰੀ ਤਰ੍ਹਾਂ ਤਿਆਰ ਕਰ ਲਈ ਹੈ, ਤਾਂ ਕਿ ਸੰਤਾਂ ਵੱਲੋਂ ਸੱਦੀ ਗਈ ਕਨਵੈਨਸ਼ਨ ਨੂੰ ਹਰ ਹੀਲੇ ਫੇਲ ਕੀਤਾ ਜਾ ਸਕੇ। ਤੇ ਪਹਿਲਾਂ ਹੀ ਆਉਣ ਵਾਲੇ ਸਿੰਘਾਂ ਦਾ ਖਿਆਲ ਬਿਲਕੁਲ ਠੀਕ ਸਾਬਤ ਹੋਇਆ, ਕਿਉਂਕਿ ਪੰਜਾਬ ਪੁਲਿਸ ਨੇ 24 ਤੇ 25 ਜੁਲਾਈ ਦੀ ਦਰਮਿਆਨੀ ਰਾਤ ਨੂੰ ਅੰਮ੍ਰਿਤਸਰ ਆਉਣ ਵਾਲੀ ਹਰ ਸੜਕ ਤੇ ਹਰ ਬੈਰੀਅਰ ਕਾਇਮ ਕਰ ਦਿੱਤੇ, ਤਾਂ ਕਿ ਸਵੇਰ ਹੁੰਦਿਆਂ ਹੀ ਇਹਨਾਂ ਸੜਕਾਂ ਤੇ ਵਗਣ ਵਾਲੇ ਸਿੱਖ ਸੰਗਤਾਂ ਦੇ ਹੜ੍ਹ ਨੂੰ ਰੋਕਿਆ ਜਾ ਸਕੇ। ਵੱਡੀਆਂ ਸੜਕਾਂ ਤੇ ਸਿੰਘਾਂ ਦੀਆਂ ਵਹੀਰਾਂ ਰੋਕੀਆਂ ਵੀ ਗਈਆਂ, ਪਰ ਬਹੁਤ ਸਾਰੇ ਸਿੱਖ ਉਜੜੇ ਰਾਹਾਂ ਤੇ ਕੱਚੀਆਂ ਸੜਕਾਂ ਤੇ ਖੇਤਾਂ 'ਚੋਂ ਪੈ ਕੇ ਸ਼ਹਿਰ 'ਚ ਦਾਖਲ ਹੋ ਗਏ ਤੇ ਪੁਲਿਸੀਆਂ ਨੂੰ ਚੱਕਰ 'ਚ ਪਾ ਕੇ ਉਹ ਮੰਜੀ ਸਾਹਿਬ ਦੀਵਾਨ ਹਾਲ 'ਚ ਕਿਵੇਂ ਨਾ ਕਿਵੇਂ ਪਹੁੰਚ ਹੀ ਗਏ। ਪੰਜਾਬ ਪੁਲਿਸ ਵੱਲੋਂ ਕਾਂਗਰਸ ਸਰਕਾਰ ਦੇ ਇਸ਼ਾਰੇ ਤੇ ਪਾਈਆਂ ਗਈਆਂ ਰੁਕਾਵਟਾਂ ਦੇ ਬਾਵਜੂਦ ਪੰਥਕ ਇਕੱਠ ਦੀ ਹਾਜ਼ਰੀ ਆਸ ਤੋਂ ਬਹੁਤ ਜ਼ਿਆਦਾ ਸੀ। ਬਹੁਤ ਵੱਡੀ ਗਿਣਤੀ 'ਚ ਉੱਥੇ ਸਿੱਖ ਸੰਗਤ ਪਹੁੰਚ ਗਈ ਤੇ ਮੰਜੀ ਸਾਹਿਬ ਦੀ ਸਟੇਜ ਤੋਂ ਬੋਲਣ ਵਾਲੇ ਹਰ ਬੁਲਾਰੇ ਨੇ, ਭਾਵੇਂ ਉਹ ਟੌੜਾ ਸੀ ਜਾਂ ਚੀਮਾ, ਨਿਰਲੇਪ ਕੌਰ ਸੀ ਜਾਂ ਰਜਿੰਦਰ ਕੌਰ, ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਨਿਰਦੋਸ਼ ਅੰਮ੍ਰਿਤਧਾਰੀ ਸਿੰਘਾਂ ਤੇ ਅਤਿਆਚਾਰ ਬੰਦ ਕਰੇ, ਨਹੀਂ ਤਾਂ ਇਸ ਤੋਂ ਨਿਕਲਣ ਵਾਲੇ ਨਤੀਜਿਆਂ ਦੀ ਜ਼ਿੰਮੇਵਾਰੀ ਸਰਕਾਰ ਦੇ ਸਿਰ ਹੋਊਗੀ। ਇਹਨਾਂ ਸਾਰੇ ਬੁਲਾਰਿਆਂ ਨੇ ਕਿਹਾ ਕਿ ਜਿੰਨਾ ਚਿਰ ਭਾਈ ਅਮਰੀਕ ਸਿੰਘ ਤੇ ਹੋਰ ਸਾਰੇ ਸਿੰਘਾਂ ਨੂੰ ਜਿਹੜੇ ਝੂਠੇ ਕੇਸਾਂ ਅਧੀਨ ਗ੍ਰਿਫਤਾਰ ਕੀਤੇ ਗਏ ਨੇ ਰਿਹਾ ਨਾ ਕੀਤਾ ਗਿਆ, ਤਾਂ ਸਿੱਖ ਪੰਥ ਵੱਲੋਂ ਲਾਇਆ ਗਿਆ ਮੋਰਚਾ
ਇਸੇ ਤਰ੍ਹਾਂ ਜਾਰੀ ਰਹੇਗਾ। ਰਵਾਇਤ ਦੇ ਮੁਤਾਬਕ ਅਖੀਰ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਹੁਣ ਤੱਕ ਇਸ ਮੁਕਾਮ ਤੱਕ ਪਹੁੰਚਦੇ ਸਿੱਖ ਸੰਗਤਾਂ, ਖਾਸ ਕਰਕੇ ਸਿੱਖ ਨੌਜਵਾਨ ਸੰਤਾਂ ਦਾ ਭਾਸ਼ਣ ਸੁਣਨ ਲਈ ਉੱਥੇ ਇਕੱਠੇ ਹੁੰਦੇ ਸਨ ਤੇ ਸੰਤਾਂ ਦੇ ਮੂੰਹ ਚੋਂ ਨਿਕਲਿਆ ਹਰ ਵਚਨ, ਹਰ ਬੋਲ ਸੁਣਨ ਲਈ ਪੰਥਕ ਕਨਵੈਨਸ਼ਨਾਂ 'ਚ ਜਾਂਦੇ ਸਨ। ਤੇ ਸੰਤ ਹੁਣ ਤੱਕ ਸਿੱਖ ਸੰਗਤ ਲਈ, ਸਿੱਖ ਕੌਮ ਦੇ ਲਈ ਤੇ ਸਿੱਖ ਨੌਜਵਾਨਾਂ ਦੇ ਲਈ ਇੱਕ ਰੋਲ ਮਾਡਲ ਬਣ ਚੁੱਕੇ ਸਨ। 1982 ਤੱਕ, 1978 ਤੋਂ ਲੈ ਕੇ 1982 ਤੱਕ ਦੇ ਜਿਹੜੇ 4 ਸਾਲ ਸੰਤਾਂ ਦਾ ਜਿਹੜਾ ਰੋਮ ਸੀ, ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਤੇ ਸਤਿਕਾਰ ਬਹਾਲ ਕਰਨ ਦੇ ਲਈ ਉਹ ਅੱਗ ਦੇ ਵਿੱਚ ਜੂਝਿਆ। ਉਹ ਹਰ ਸੰਘਰਸ਼ ਕਰਨ ਲਈ ਬਲਵਾਨ ਹੋਇਆ। ਇੱਕ ਦੁਨਿਆਵੀ ਜਿਹੜੀ ਐਜੂਕੇਸ਼ਨ ਹੈ, ਪੜ੍ਹਾਈ ਹੈ, ਉਹ ਹਾਸਲ ਨਾ ਕਰਨ ਦੇ ਬਾਵਜੂਦ ਸਾਰੇ ਤੌਰ ਤਰੀਕੇ ਉਹਨਾਂ ਨੇ ਆਪਣੀ ਰਗ ਦੇ ਵਿੱਚੋਂ ਲੰਘਾਏ। ਉਹਨਾਂ ਨੂੰ ਪਰਖਿਆ, ਨਿਰਖਿਆ। ਪਤਾ ਸੀ ਉਹਨਾਂ ਨੂੰ ਕਿ ਅਕਾਲੀ ਲੂੰਬੜ ਨੇ ਇਹ ਲੂੰਬੜ ਚਾਲਾਂ ਚੱਲ ਕੇ ਸੰਘਰਸ਼ ਨੂੰ ਫੇਲ ਕਰਨ ਦੀ ਕੋਸ਼ਿਸ਼ ਕਰਨਗੇ। ਪਤਾ ਸੀ ਉਹਨਾਂ ਨੂੰ ਸਰਕਾਰ ਇਹਨਾਂ ਨੂੰ ਖਰੀਦੇਗੀ, ਇਹ ਖਰੀਦੇ ਜਾਣਗੇ। ਪਤਾ ਸੀ ਉਹਨਾਂ ਨੂੰ ਕਿ ਇਹ ਕੌਮ ਲਈ ਨਹੀਂ ਲੜ ਰਹੇ, ਇਹ ਕੁਰਸੀ ਲਈ ਲੜ ਰਹੇ ਨੇ। ਪਰ ਉਸ ਦੇ ਬਾਵਜੂਦ ਇਹਨਾਂ 4 ਸਾਲਾਂ ਦੇ ਵਿੱਚ ਉਹਨਾਂ ਨੇ ਇਹ ਮਿਥ ਲਿਆ ਸੀ ਪੂਰੀ ਤਰ੍ਹਾਂ ਕਿ ਕੌਮ ਨੂੰ ਆਉਣ ਵਾਲੀਆਂ ਸਦੀਆਂ ਦੇ ਵਿੱਚ, ਆਉਣ ਵਾਲੇ ਸਾਲਾਂ ਦੇ ਵਿੱਚ ਕੋਈ ਰਾਹ ਦੇ ਕੇ ਜਾਣਾ, ਕੋਈ ਏਜੰਡਾ ਦੇ ਕੇ ਜਾਣਾ। ਤੇ ਉਹਨਾਂ ਨੇ ਆਪਣਾ ਭਾਸ਼ਣ ਦਿੱਤਾ ਉੱਥੇ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ, ਉਸ ਕਨਵੈਨਸ਼ਨ ਦੇ ਵਿੱਚ। ਉਹਨਾਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਪੁਲਿਸ ਤੇ ਅੰਮ੍ਰਿਤਸਰ ਦੀ ਨਾਕਾਬੰਦੀ ਕਰ ਦਿੱਤੀ ਹੈ ਤੇ ਸਿੰਘਾਂ ਨੂੰ ਆਪਣੇ ਧਰਮ ਬਾਰੇ ਗੱਲ ਕਰਨ ਤੋਂ ਰੋਕਿਆ ਜਾ ਰਿਹਾ ਹੈ। ਇਕੱਠ 'ਚ ਆਉਣ ਵਾਲਿਆਂ ਨੂੰ 10-10 ਮੀਲ ਦੇ ਫਾਸਲੇ ਤੇ ਰੋਕਿਆ ਗਿਆ। ਜੰਡਿਆਲਾ ਗੁਰੂ ਦੇ ਥਾਣੇ 'ਚ 300 ਲੋਕਾਂ ਨੂੰ ਰੋਕਿਆ ਗਿਆ ਤੇ ਰੋਜ਼ਾਨਾ 51 ਸਿੰਘਾਂ ਦੀ ਗ੍ਰਿਫਤਾਰੀ ਦੇਣ ਦਾ ਜਿਹੜਾ ਸਿਲਸਿਲਾ ਜਾਰੀ ਕੀਤਾ ਗਿਆ ਹੈ, ਉਹ ਇਸੇ ਤਰ੍ਹਾਂ ਜਾਰੀ ਰਹੇਗਾ। ਸਾਡਾ ਮੋਰਚਾ ਸ਼ਾਂਤਮਈ ਰਹੇਗਾ ਤੇ ਜਿਸ ਉਦੇਸ਼ ਲਈ ਮੋਰਚਾ ਲਾਇਆ ਗਿਆ ਉਹ ਪੂਰਾ ਕਰਵਾਇਆ ਜਾਏਗਾ। ਇਹ ਮੋਰਚਾ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਕਰਾਰ ਦੇਣ ਲਈ ਵੀ ਹੈ। ਬੇਸ਼ੱਕ ਮੈਨੂੰ ਸਿਰ ਦੇਣਾ ਪਏ, ਪਰ ਇਹ ਮੋਰਚਾ ਮੁਲਤਵੀ ਨਹੀਂ ਹੋਏਗਾ। ਇਹ ਇਕੱਲੇ ਭਾਈ ਅਮਰੀਕ ਸਿੰਘ ਲਈ ਨਹੀਂ ਹੈ, ਸਗੋਂ ਹਰ ਉਸ ਸਿੱਖ ਲਈ ਹੈ ਜਿਸ ਨੂੰ ਬਿਨਾਂ ਕਸੂਰ ਹੀ ਫੜ ਕੇ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੁਲਿਸ ਨੂੰ ਤਸ਼ੱਦਦ ਕਰਨ ਤੋਂ ਰੋਕਿਆ ਜਾਣਾ ਚਾਹੀਦਾ ਹੈ। ਪੰਥ ਦੀ ਚੜ੍ਹਦੀ ਕਲਾ ਲਈ ਪੰਥਕ ਲੀਡਰ ਜੋ ਵੀ ਫੈਸਲਾ ਕਰਨਗੇ ਉਹ ਸਾਨੂੰ ਪ੍ਰਵਾਨ ਹੋਏਗਾ ਤੇ ਜੇ ਉਹ ਮੈਨੂੰ ਅਗਵਾਈ ਲਈ ਕਹਿਣਗੇ ਤਾਂ ਮੈਂ ਅੱਗੇ ਹੋ ਕੇ ਸਿਰ ਦੇਣ ਲਈ ਵੀ ਤਿਆਰ ਹਾਂ। ਕੱਲ ਨੂੰ ਅਕਾਲੀ ਦਲ ਦਾ ਜਨਰਲ ਸਮਾਗਮ ਹੋ ਰਿਹਾ ਤੇ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਇਹ ਹੋ ਰਿਹਾ। ਇਹ ਸੰਤ ਜਰਨੈਲ ਸਿੰਘ ਜੀ ਨੇ ਉੱਥੇ ਆਪਣੇ ਭਾਸ਼ਣ 'ਚ ਇਹ ਗੱਲਾਂ ਕਹੀਆਂ। ਤੇ 26 ਜੁਲਾਈ 1982 ਨੂੰ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ 'ਚ ਅਕਾਲੀ ਦਲ ਦਾ ਜਨਰਲ ਇਜਲਾਸ ਹੋਇਆ, ਜਿਹਦੇ 'ਚ ਸਰਬਸੰਮਤੀ ਨਾਲ ਕੁਝ ਫੈਸਲੇ ਕੀਤੇ ਗਏ। ਕਿਹੜੇ ਫੈਸਲੇ ਕੀਤੇ ਅਕਾਲੀਆਂ ਨੇ ਫਿਰ ਉੱਥੇ 26 ਜੁਲਾਈ ਨੂੰ? ਉਹਨਾਂ 'ਚੋਂ ਕਪੂਰੀ ਪਿੰਡ ਜ਼ਿਲ੍ਹਾ ਪਟਿਆਲਾ 'ਚ ਅਕਾਲੀ ਦਲ ਵੱਲੋਂ ਲਾਏ ਗਏ ਨਹਿਰ ਰੋਕੋ ਮੋਰਚੇ ਦੀ ਥਾਂ ਬਦਲੀ ਕਰਕੇ ਅੰਮ੍ਰਿਤਸਰ ਕਰ ਦਿੱਤੀ। ਇਸ ਗੱਲ ਨੂੰ ਸਮਝਣਾ ਪੈਣਾ, ਇਸ ਸੰਤਾਂ ਦੇ ਮੋਰਚੇ ਨੂੰ ਫੇਲ ਕਰਨ ਲਈ ਤੇ ਸੰਤਾਂ ਨੂੰ ਪਿੱਛੇ ਕਰਨ ਲਈ ਮੋਰਚੇ 'ਚ ਇਹ ਗੱਲ ਕੀਤੀ ਗਈ। ਮੋਰਚਾ ਤਾਂ ਇਹਨਾਂ ਨੇ ਹੁਣ ਵੀ ਲਾਇਆ ਹਰਿਆਣਾ ਦੀ ਗੁਰਦੁਆਰਾ ਕਮੇਟੀ ਨੂੰ ਬਣਨ ਤੋਂ ਰੋਕਣ ਲਈ। ਬਾਦਲ ਕਹਿੰਦਾ ਮੈਂ ਸ਼ਹੀਦ ਹੋ ਜਾਵਾਂਗਾ। ਇਹਨਾਂ ਨੇ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਤੇ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਤੇ ਸਿੰਘਾਂ ਨੂੰ ਰਿਹਾ ਕਰਵਾਉਣ ਲਈ ਤੇ ਸਿੱਖੀ ਦੀ ਉੱਚੀ ਸ਼ਾਨ ਕਰਨ ਦੇ ਲਈ ਜਿਹੜਾ ਮੋਰਚਾ ਲਾਇਆ ਗਿਆ ਸੀ ਸੰਤਾਂ ਵੱਲੋਂ, ਉਸ ਨੂੰ ਫੇਲ ਕਰਨ ਦੇ ਲਈ ਆਪਣੇ ਮੋਰਚੇ ਦੀ ਥਾਂ ਬਦਲੀ। ਨਹਿਰ ਰੋਕੋ ਮੋਰਚੇ ਦਾ ਨਾਮ ਬਦਲ ਕੇ ਧਰਮ ਯੁੱਧ ਮੋਰਚਾ ਰੱਖ ਦਿੱਤਾ ਗਿਆ ਤੇ ਧਰਮ ਯੁੱਧ ਮੋਰਚੇ ਦਾ ਮੁੱਖ ਮਨੋਰਥ ਆਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਾਉਣਾ ਹੋਏਗਾ। ਇਹ ਕਰਤਾ ਹੁਣ ਅਕਾਲੀ ਦਲ ਦਾ ਜਿਹੜਾ 45 ਮੰਗਾਂ ਦਾ ਚਾਰਟਰ ਸੀ ਉਸੇ ਤਰ੍ਹਾਂ ਕਾਇਮ ਰਹੇਗਾ। ਇਹ ਵੀ ਇਸ ਮੀਟਿੰਗ 'ਚ ਉਹਨਾਂ ਨੇ ਅਜਲਾਸ 'ਚ ਫੈਸਲਾ ਕੀਤਾ। ਭਿੰਡਰਾਂ ਵਾਲੇ ਜਥੇ ਵੱਲੋਂ ਲਾਏ ਗਏ ਮੋਰਚੇ ਦੀ ਮੁੱਖ ਮੰਗ ਭਾਈ ਅਮਰੀਕ ਸਿੰਘ ਤੇ ਹੋਰ ਸਾਰੇ ਨਿਰਦੋਸ਼ ਫੜੇ ਗਏ ਅੰਮ੍ਰਿਤਧਾਰੀ ਸਿੰਘਾਂ ਨੂੰ ਰਿਹਾ ਕੀਤਾ ਜਾਏ। ਇਸ ਨੂੰ ਅਕਾਲੀ ਮੰਗਾਂ 'ਚ ਸ਼ਾਮਲ ਕਰ ਲਿਆ ਗਿਆ ਬੜੀ ਚਾਲਬਾਜ਼ੀ ਤਰੀਕੇ ਨਾਲ। ਤਾਂ ਸਪਸ਼ਟ ਕਰ ਦਿੱਤਾ ਗਿਆ ਧਰਮ ਯੁੱਧ ਮੋਰਚੇ ਨੂੰ ਕਿਸੇ ਦੂਜੇ ਮੋਰਚੇ 'ਚ ਸ਼ਾਮਲ ਨਹੀਂ ਕੀਤਾ ਜਾਏਗਾ। ਮਤਲਬ ਇਹ ਮੋਰਚਾ ਵੱਖਰੇ ਤੌਰ ਤੇ ਲਾਇਆ ਜਾਏਗਾ ਸੰਤ ਭਿੰਡਰਾਂ ਵਾਲਿਆਂ ਦੇ ਮੋਰਚੇ ਤੋਂ। ਅਪੀਲ ਕੀਤੀ ਗਈ ਕਿ ਸਾਰੇ ਸਿੱਖ ਵੱਖਰੇ ਵੱਖਰੇ ਮੋਰਚੇ ਲਾਉਣ ਦੀ ਥਾਂ ਤੇ ਸੰਤ ਲੌਂਗੋਵਾਲ ਦੀ ਡਿਕਟੇਟਰਸ਼ਿਪ ਹੇਠ ਲਾਏ ਗਏ ਮੋਰਚੇ 'ਚ ਸ਼ਾਮਲ ਹੋ ਕੇ ਸਾਂਝੀ ਤਾਕਤ, ਸਾਂਝੀ ਸ਼ਕਤੀ ਦੀ ਵਰਤੋਂ ਨਾਲ ਮੋਰਚਾ ਕਾਮਯਾਬ ਕਰਨ। ਤੇ ਅਜਲਾਸ ਨੇ ਹੋਰ ਫੈਸਲਾ ਕੀਤਾ ਇੱਕ ਕਿ ਧਰਮ ਯੁੱਧ ਮੋਰਚਾ 4 ਅਗਸਤ ਤੋਂ ਮੰਜੀ ਸਾਹਿਬ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਜਾਏਗਾ ਤੇ ਪਹਿਲੇ ਬਹੁਤ ਵੱਡੇ ਜਥੇ ਦੀ ਅਗਵਾਈ ਹੈ ਜਿਹੜੀ ਉਹ ਪ੍ਰਕਾਸ਼ ਬਾਦਲ ਕਰੂਗਾ। ਅਕਾਲੀ ਦਲ ਦੇ ਜਨਰਲ ਹਾਊਸ ਵੱਲੋਂ ਕੀਤੇ ਗਏ ਇਹਨਾਂ ਫੈਸਲਿਆਂ ਨਾਲ ਇਹ ਗੱਲ ਤਾਂ ਹੁਣ ਸਪਸ਼ਟ ਹੋ ਗਈ ਨਾ ਸਾਨੂੰ, ਜਿਹੜੇ ਅਸੀਂ ਜਿੰਨੇ ਵੀ ਸੁਣ ਰਹੇ ਹਾਂ ਇੱਥੇ ਇਸ ਵੇਲੇ, ਕਿ ਸੰਤਾਂ ਦੇ ਮੋਰਚੇ ਨੂੰ ਫੇਲ ਕਰਨ ਲਈ ਸੀ ਪੂਰੀ ਤਰ੍ਹਾਂ। ਇਹ ਪੂਰੀ ਤਰ੍ਹਾਂ ਕੁਰਸੀ ਯੁੱਧ ਸੀ, ਕੋਈ ਧਰਮ ਯੁੱਧ ਨਹੀਂ ਸੀ। ਇਹ ਮੌਕਾ ਪ੍ਰਸਤੀ ਦਾ ਯੁੱਧ ਸੀ, ਇੱਕ ਕੋਈ ਧਰਮ ਯੁੱਧ ਨਹੀਂ ਸੀ।
ਇਹ ਸਿਰਫ ਤੇ ਸਿਰਫ ਆਪਣੇ ਉੱਪਰ ਇੱਕ ਸੱਚੇ ਸੁੱਚੇ ਸਿੱਖ ਬ੍ਰਹਮ ਗਿਆਨੀ ਦੀ ਅਵਸਥਾ ਵਾਲੇ ਸੱਚੇ ਸੁੱਚੇ ਸੰਤ ਦੇ ਡੰਡੇ ਨੂੰ ਪਿੱਛੇ ਹਟਾਉਣ ਲਈ ਸੀ। ਅਕਾਲੀਆਂ ਨੂੰ ਇਹ ਵਹਿਮ ਹੋ ਗਿਆ ਸੀ ਕਿ ਭਿੰਡਰਾਂ ਵਾਲੇ ਸੰਤਾਂ ਵੱਲੋਂ ਸੱਦੇ ਗਏ ਪੰਥਕ ਇਕੱਠ ਦੀ ਸਟੇਜ ਤੇ ਜਾਣ ਨਾਲ ਮੋਰਚੇ ਦੀ ਵਾਗਡੋਰ ਕਿਤੇ ਲੌਂਗੋਵਾਲ ਦੇ ਹੱਥ ਚੋਂ ਨਿਕਲ ਕੇ ਸੰਤ ਭਿੰਡਰਾਂ ਵਾਲਿਆਂ ਦੇ ਹੱਥ ਨਾ ਚਲੀ ਜਾਵੇ। ਤਾਂ ਸੰਤ ਜਰਨੈਲ ਸਿੰਘ ਨੇ ਅਕਾਲੀਆਂ ਦੇ ਕੀਤੇ ਗਏ ਫੈਸਲਿਆਂ ਦਾ ਸਵਾਗਤ ਕੀਤਾ। ਦੇਖੋ ਕਿੱਡੀ ਵੱਡੀ ਇਹ ਲੀਡਰ 'ਚ ਗੁਣ ਹੁੰਦੇ ਨੇ ਜੀ। ਜੇ ਕਿਤੇ ਅੱਜ ਕੱਲ ਦੇ ਲੀਡਰਾਂ ਵਾਂਗ ਦੇਖੋ ਇੱਕ ਦੂਜੇ ਦੇ ਖਿਲਾਫ ਬਿਆਨ ਹੀ ਦੇ ਦਿੰਦੇ ਨੇ। ਸੰਤਾਂ ਨੇ ਸਵਾਗਤ ਕੀਤਾ ਅਕਾਲੀ ਦਲ ਦੇ ਫੈਸਲਿਆਂ ਦਾ ਤੇ ਅਕਾਲੀ ਲੀਡਰਾਂ ਦੇ ਭੁਲੇਖੇ ਵੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਨਾਲ ਕਿ ਮੇਰਾ ਆਪਣਾ ਨਿੱਜੀ ਮਸਲਾ ਨਹੀਂ ਹੈ, ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਗੱਲ ਹੈ ਤੇ ਗ੍ਰਿਫਤਾਰ ਕੀਤੇ ਗਏ ਸਿੰਘਾਂ ਦੀ ਗੱਲ ਹੈ ਤੇ ਸਿੱਖੀ ਦੀ ਸ਼ਾਨ ਦੀ ਗੱਲ ਹੈ। ਸੰਤ ਜੀ ਪਹਿਲਾਂ ਵੀ ਕਈ ਵਾਰ ਇਹ ਗੱਲ ਕਹਿ ਚੁੱਕੇ ਸਨ ਕਿ ਉਹਨਾਂ ਨੂੰ ਚੌਧਰ ਦੀ ਭੁੱਖ ਨਹੀਂ ਹੈਗੀ, ਉਹਨਾਂ ਨੂੰ ਅਹੁਦਿਆਂ ਨਾਲ ਕੋਈ ਪਕੜ ਨਹੀਂ, ਉਹ ਪੰਥਕ ਸੇਵਕ ਨੇ, ਪੰਥ ਦੀ ਚੜ੍ਹਦੀ ਕਲਾ ਲਈ ਅੱਗੇ ਹੋ ਕੇ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਲਈ ਤਿਆਰ ਨੇ, ਆਪਣਾ ਸਿਰ ਕਟਵਾਉਣ ਲਈ ਵੀ ਤਿਆਰ ਨੇ। ਤੇ ਪਹਿਲਾਂ ਵੀ ਪੰਥਕ ਇਕੱਠਾਂ ਦੇ ਵਿੱਚ ਸੰਤਾਂ ਨੇ ਕੁਰਬਾਨੀ ਦੇਣ ਦੀ ਜਿਹੜੀ ਪੇਸ਼ਕਸ਼ ਕੀਤੀ ਸੀ ਕਈ ਵਾਰ, ਤਾਂ ਸੱਚ ਤਾਂ ਇਹ ਹੈ ਕਿ ਚੌਧਰ ਦੇ ਭੁੱਖੇ ਲੋਕਾਂ ਨੇ ਸੰਤ ਜਰਨੈਲ ਸਿੰਘ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਝੂਠੇ ਤੇ ਇੰਦਰਾ ਦੇ ਕੌਲੀ ਚੱਟ ਬਣੇ ਅਕਾਲੀ ਸਮਝ ਹੀ ਨਹੀਂ ਸਕੇ ਕਿ ਸੰਤ ਜੀ ਜਿਹੜੇ ਨੇ ਉਹ ਸਿੱਖ ਧਰਮ ਦੇ ਮਹਾਨ ਪ੍ਰਚਾਰਕ ਤੇ ਸਿੱਖ ਪੰਥ ਦੇ ਨਿਸ਼ਕਾਮ ਸੇਵਕ ਨੇ ਤੇ ਸਿੱਖੀ ਤੇ ਗੁਰਬਾਣੀ ਉਹਨਾਂ ਦੇ ਰੋਮ 'ਚ ਰਚੀ ਹੋਈ ਹੈ। ਉਹ ਰਾਜ ਨਹੀਂ ਚਾਹੁੰਦੇ, ਉਹ ਮੁਕਤੀ ਵੀ ਨਹੀਂ ਚਾਹੁੰਦੇ, ਉਹ ਤਾਂ ਕੇਵਲ ਤੇ ਕੇਵਲ ਸਿਰਫ ਗੁਰੂ ਪੰਥ ਦੇ ਚਰਨ ਕਮਲਾਂ ਦੀ ਪ੍ਰੀਤ ਹੀ ਲੋਚਦੇ ਨੇ ਤੇ ਗੁਰਬਾਣੀ ਦੇ ਅਸਰ ਹੇਠ ਉਹ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਪਾਸੋਂ ਹਮੇਸ਼ਾ ਇਹ ਮੰਗ ਕਰਦੇ ਨੇ ਕਿ ਹੇ ਸੱਚੇ ਪਾਤਸ਼ਾਹ, ਜ਼ੁਲਮ ਜ਼ਬਰ ਦੀ ਅੱਗ ਵਿੱਚ ਸੜ ਰਹੇ ਸਿੱਖ ਜਗਤ ਨੂੰ ਬਚਾਉਣ ਦੀ ਕਿਰਪਾ ਕਰੋ। ਜਿਸ ਵਸੀਲੇ ਰਾਹੀਂ ਪੰਥ ਦਾ ਕਲਿਆਣ ਹੋ ਸਕਦਾ ਹੈ ਉਹ ਵਸੀਲਾ ਕਰਨ ਦੀ ਮਿਹਰ ਕਰੋ। ਇਸੇ ਜਜ਼ਬੇ ਦੇ ਅਧੀਨ ਸੰਤ ਜਰਨੈਲ ਸਿੰਘ ਨੇ 26 ਜੁਲਾਈ 1982 ਦੀ ਸ਼ਾਮ ਨੂੰ ਮੰਜੀ ਸਾਹਿਬ ਹਾਲ ਦੇ ਵਿੱਚ ਸਜੇ ਦੀਵਾਨ ਦੀ ਸਟੇਜ ਤੋਂ ਬੋਲਦਿਆਂ ਕਿਹਾ ਕਿ ਸਾਡਾ ਇਹ ਮੋਰਚਾ 3 ਅਗਸਤ ਤੱਕ ਜਾਰੀ ਰਹੇਗਾ ਤੇ ਉਸ ਤੋਂ ਪਿੱਛੋਂ ਅਕਾਲੀ ਦਲ ਵੱਲੋਂ 4 ਅਗਸਤ ਨੂੰ ਸ਼ੁਰੂ ਕੀਤੇ ਜਾਣ ਵਾਲੇ ਮੋਰਚੇ 'ਚ ਸ਼ਾਮਲ ਹੋ ਜਾਊਗਾ। 3 ਅਗਸਤ ਤੱਕ ਅਸੀਂ 51 ਸਿੰਘਾਂ ਦਾ ਜਥਾ ਗ੍ਰਿਫਤਾਰੀ ਦੇਣ ਲਈ ਭੇਜਦੇ ਰਹਾਂਗੇ। ਸੰਤ ਲੌਂਗੋਵਾਲ ਵੱਲੋਂ ਹਦਾਇਤ ਮਿਲਣ ਤੋਂ ਬਾਅਦ ਮੈਂ ਖੁਦ ਇੱਕ ਜਥਾ ਲੈ ਕੇ ਸਾਂਝੇ ਮੋਰਚੇ 'ਚ ਗ੍ਰਿਫਤਾਰੀ ਦੇਵਾਂਗਾ ਤੇ ਮੈਂ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਕਿ ਉਹ ਜਥਿਆਂ 'ਚ ਸ਼ਾਮਲ ਹੋਣ ਲਈ ਵੱਡੀ ਗਿਣਤੀ 'ਚ ਆਪਣੇ ਨਾਮ ਲਿਖਵਾਉਣ। ਕਿੱਡੀ ਵੱਡੀ ਗੱਲ ਹੈ ਦੇਖੋ। ਜਿੰਨੇ ਵੀ ਸੁਣ ਰਹੇ ਨੇ ਹੁਣ ਉਹਨਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਕਿਸੇ ਨੂੰ ਜਾਂ ਭਰਮ ਹੋਵੇ ਜਾਂ ਕੋਈ ਗੱਲ ਹੋਵੇ ਉਹ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਇਹ ਗੱਲ। ਸੰਤਾਂ ਨੇ ਅਕਾਲੀਆਂ ਨੂੰ ਅਖੀਰਲੇ ਦਮ ਤੱਕ ਸਮਝਾਉਣ ਦੀ ਕੋਸ਼ਿਸ਼ ਕੀਤੀ, ਕੁਰਬਾਨੀ ਨਾਲ ਵੀ, ਨਿਮਰਤਾ ਨਾਲ ਵੀ, ਹਰ ਹੀਲੇ ਨਾਲ। ਤਾਂ ਸੰਤਾਂ ਦੇ ਇਸ ਐਲਾਨ ਨੇ ਅਕਾਲੀ ਲੀਡਰਸ਼ਿਪ ਦੇ ਸ਼ੰਕੇ ਨਿਵਰਤ ਕਰਨ ਲਈ ਇਹ ਬਿਆਨ ਦਿੱਤਾ ਸੀ ਸੰਤਾਂ ਨੇ। ਪਰ ਕੀ ਅਕਾਲੀਆਂ ਦੇ ਸ਼ੰਕੇ ਨਿਵਰਤ ਹੋਏ? ਉਹਨਾਂ ਦਾ ਅੰਦਰੂਨੀ ਡਰ ਦੂਰ ਹੋਇਆ ਕਿ ਸਾਡੀ ਕੁਰਸੀ ਜਾ ਰਹੀ ਹੈ, ਇਹ ਬਾਬਾ ਕਿੱਥੋਂ ਆ ਗਿਆ ਤੀਰ ਵਾਲਾ, ਕੀ ਹੁੰਦਾ ਅੱਗੇ? 4 ਅਗਸਤ 1982 ਨੂੰ ਧਰਮ ਯੁੱਧ ਮੋਰਚਾ ਸ਼ੁਰੂ ਹੋ ਜਾਂਦਾ ਜੀ। ਇਹ ਸਵਾਲ ਅੱਜ ਸਾਡੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਲੱਗਣੇ ਚਾਹੀਦੇ ਸਨ। ਇਹ ਸਿਲੇਬਸ 'ਚ ਲੱਗਣਾ ਚਾਹੀਦਾ ਸੀ। ਇਤਿਹਾਸ ਕੌਣ ਲਾਉਂਦਾ, ਕੌਣ ਲਾਏਗਾ ਇਹਨੂੰ, ਕੌਣ ਪੜ੍ਹਾਏਗਾ, ਇਹ ਬਾਅਦ ਦੀ ਗੱਲ ਹੈ, ਫੇਰ ਕਰਾਂਗੇ। 4 ਅਗਸਤ 1982 ਨੂੰ ਧਰਮ ਯੁੱਧ ਮੋਰਚਾ ਸ਼ੁਰੂ ਹੋ ਜਾਂਦਾ ਹੈ। ਅਕਾਲੀ ਮੋਰਚਿਆਂ ਦੇ ਇਤਿਹਾਸ 'ਚ ਇਹ ਪਹਿਲਾ ਮੋਰਚਾ ਸੀ ਜਿਸ ਨੇ ਗ੍ਰਿਫਤਾਰੀਆਂ ਦੇਣ ਦੇ ਸਿਲਸਿਲੇ 'ਚ ਪਿਛਲੇ ਸਾਰੇ ਰਿਕਾਰਡ ਤੋੜਤੇ ਤੇ ਪਿਛਲੇ ਮੋਰਚਿਆਂ 'ਚ ਗ੍ਰਿਫਤਾਰੀਆਂ ਦੇਣ ਵਾਸਤੇ ਹਰ ਰੋਜ਼ ਘੱਟ ਤੋਂ ਘੱਟ 11 ਤੇ ਵੱਧ ਤੋਂ ਵੱਧ ਸਿਰਫ 51 ਸਿੰਘਾਂ ਦਾ ਜਥਾ ਤੋਰਿਆ ਜਾਂਦਾ ਰਿਹਾ ਸੀ। ਪਰ ਧਰਮ ਯੁੱਧ ਨਾਮ ਦੇ ਥੱਲੇ ਜਿਹੜਾ ਕੁਰਸੀ ਯੁੱਧ ਚੱਲਿਆ ਸੀ ਉਹਦੇ 'ਚ ਗ੍ਰਿਫਤਾਰੀ ਦੇਣ ਵਾਲੇ ਸਿੰਘ ਸਿੰਘਣੀਆਂ ਦੀ ਗਿਣਤੀ ਕਿਸੇ ਵੀ ਦਿਨ ਸੈਂਕੜਿਆਂ ਤੇ ਹਜ਼ਾਰਾਂ ਤੋਂ ਘਟੀ ਨਹੀਂ, ਹਜ਼ਾਰਾਂ 'ਚ। ਤਾਂ ਉਸ ਵੇਲੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਸੀ ਦਰਬਾਰਾ ਸਿੰਘ, ਉਹਨੇ ਇਹ ਸੋਚ ਕੇ ਗ੍ਰਿਫਤਾਰੀਆਂ ਕਰਨੀਆਂ ਸ਼ੁਰੂ ਕਰਤੀਆਂ ਕਿ ਅਕਾਲੀ ਦਲ ਨੂੰ ਗ੍ਰਿਫਤਾਰ ਕਰਾਉਣ ਲਈ ਬੰਦੇ ਨਹੀਂ ਮਿਲਣਗੇ। ਪਰ ਉਹਦੀ ਇਹ ਸੋਚ ਗਲਤ ਸਾਬਤ ਹੋਈ। ਧਰਮ ਯੁੱਧ ਮੋਰਚਾ ਅਕਾਲੀ ਲਹਿਰ ਬਣ ਕੇ ਉੱਭਰਿਆ ਤੇ ਸਿੱਖਾਂ ਨੇ ਹੜ੍ਹ ਬਣ ਕੇ ਗ੍ਰਿਫਤਾਰੀਆਂ ਦਿੱਤੀਆਂ। ਇਹਦੇ 'ਚ ਸੰਤ ਮਹਾਤਮਾ ਵੀ ਪਿੱਛੇ ਨਹੀਂ ਰਹੇ ਤੇ ਉਹ ਆਪਣੇ ਹਜ਼ਾਰਾਂ ਸੇਵਕਾਂ ਤੇ ਸ਼ਰਧਾਲੂਆਂ ਦੇ ਸਮੇਤ ਜੇਲ੍ਹਾਂ 'ਚ ਗਏ। ਛੇਤੀ ਹੀ ਬਹੁਤ ਜਲਦੀ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਭਰ ਗਈਆਂ ਤੇ ਅਕਾਲੀ ਕੈਦੀਆਂ ਲਈ ਕੈਂਪਾਂ 'ਚ ਥਾਂ ਬਣਾਉਣੀ ਪਈ, ਬਾਹਰ ਤੰਬੂ ਲਾਉਣੇ ਪਏ। ਜਦੋਂ ਗਿਣਤੀ 25,000 ਤੋਂ ਟੱਪ ਗਈ ਤਾਂ ਧਰਮ ਯੁੱਧ ਦਰਬਾਰਾ ਸਿੰਘ ਮੁੱਖ ਮੰਤਰੀ ਪੰਜਾਬ ਲਈ ਬਹੁਤ ਵੱਡੀ ਸਿਰਦਰਦੀ ਬਣ ਗਿਆ। ਇਹ ਸਿਰਦਰਦੀ ਇੰਦਰਾ ਗਾਂਧੀ ਨੇ ਅਕਾਲੀ ਕੈਦੀਆਂ ਦੀਆਂ ਸਮੂਹਕ ਰਿਹਾਈਆਂ ਕਰਕੇ ਦੂਰ ਕੀਤੀ, ਪਰ ਮੋਰਚਾ ਫਿਰ ਵੀ ਜਾਰੀ ਰਿਹਾ। ਧਰਮ ਯੁੱਧ ਮੋਰਚੇ ਦੌਰਾਨ ਕਈ ਕਿਸਮ ਦੇ ਉਤਰਾਅ ਚੜ੍ਹਾਅ ਵੀ ਆਏ, ਗੋਲੀਆਂ ਵੀ ਚੱਲੀਆਂ, ਬੰਬ ਧਮਾਕੇ ਵੀ ਹੋਏ, ਬੰਦੇ ਵੀ ਮਾਰੇ ਗਏ, ਪਰ ਜਿਹੜੇ ਸਿੰਘ ਸਨ ਉਹ ਲੱਭੇ ਨਹੀਂ ਜਾ ਸਕੇ। ਜਿਹੜੇ ਕਾਤਲ ਸਨ ਮਨੁੱਖਤਾ ਦੇ ਉਹ ਲੱਭੇ ਨਹੀਂ ਜਾ ਸਕੇ। ਵਿੱਚ ਕੁਝ ਏਜੰਸੀਆਂ ਨੇ ਵੀ
ਇਹ ਸਾਰੇ ਕਾਰੇ ਕਰਵਾਏ। ਸੋ ਬਹੁਤ ਵੱਡੀ ਗਿਣਤੀ ਸਿੰਘ ਵੀ ਸ਼ਹੀਦ ਹੋਏ ਪੁਲਿਸ ਦੀਆਂ ਗੋਲੀਆਂ ਨਾਲ, ਬਹੁਤ ਜ਼ਖਮੀ ਵੀ ਹੋਏ ਤੇ ਬਹੁਤ ਸਾਰੇ ਨਿਰਦੋਸ਼ ਅੰਮ੍ਰਿਤਧਾਰੀ ਸਿੰਘ ਪੁਲਸੀਆਂ ਨੇ ਬੇਕਸੂਰ ਹੀ ਫੜ ਕੇ ਝੂਠੇ ਪੁਲਿਸ ਮੁਕਾਬਲਿਆਂ 'ਚ ਵੀ ਸ਼ਹੀਦ ਕੀਤੇ, ਪਰ ਸਿੰਘਾਂ ਦਾ ਜੋਸ਼ ਠੰਡਾ ਨਾ ਪਿਆ। ਧਰਮੀ ਯੁੱਧ 'ਚ ਸਿੰਘ ਸੂਰਮੇ ਜੂਝਦੇ ਰਹੇ, ਕੁਰਬਾਨੀਆਂ ਕਰਦੇ ਰਹੇ। ਸਿੰਘਾਂ 'ਚ ਇਹ ਜੋਸ਼, ਇਹ ਜਜ਼ਬਾ, ਇਹ ਵਲਵਲਾ ਪੈਦਾ ਕਿਵੇਂ ਹੋਇਆ? ਗੱਲ ਇਹ ਹੈ ਲੱਭਣ ਵਾਲੀ, ਤੇ ਇਹ ਤਾਕਤ ਸਿੰਘਾਂ ਦੇ ਅੰਦਰ ਭਰੀ ਕਿਵੇਂ ਗਈ ਤੇ ਕਿਸਨੇ ਭਰੀ? ਕੌਣ ਹੈ ਉਹ ਬੰਦਾ? ਜਵਾਬ ਇੱਕੋ ਇੱਕ ਹੈ ਸਾਡੇ ਕੋਲ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜੋਸ਼ ਵਾਲੇ ਤੇ ਸਾਡੇ ਖੂਨ ਨੂੰ ਗਰਮਾਉਣ ਵਾਲੇ, ਸਾਡੇ ਖੂਨ ਦੇ DNA ਨੂੰ ਚੇਂਜ ਕਰਨ ਵਾਲੇ ਉਸ ਭਾਸ਼ਣ ਨਾਲ ਜਿਹੜਾ ਉਹ ਮੰਜੀ ਸਾਹਿਬ ਦੀ ਸਟੇਜ ਤੋਂ ਦਿੰਦੇ ਸਨ। ਇੱਕ ਮਿਸਾਲ ਹੈ ਸਾਡੇ ਕੋਲ, 29 ਮਈ 1983 ਨੂੰ ਸੰਤ ਜਰਨੈਲ ਸਿੰਘ ਜੀ ਨੇ ਧਰਮ ਯੁੱਧ ਮੋਰਚੇ ਦੀ ਸਟੇਜ ਤੋਂ ਬੋਲਦੇ ਹੋਏ ਕਿਹਾ ਸੀ ਕਿ ਖਾਲਸਾ ਜੀ, ਅਨੰਦਪੁਰ ਸਾਹਿਬ ਦੇ ਮਤੇ ਤੇ ਅਮਲ ਦੇ ਬਿਨਾਂ ਪੰਜਾਬ 'ਚ ਸ਼ਾਂਤੀ ਨਹੀਂ ਹੋ ਸਕਦੀ। ਜਿੰਨਾ ਚਿਰ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਤੇ ਅਮਲ ਨਹੀਂ ਹੋ ਜਾਂਦਾ ਤੇ ਭਾਰਤ ਸਰਕਾਰ ਦੇਸ਼ ਦੀ ਵੰਡ ਵੇਲੇ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਐਲਾਨ ਕਰਕੇ ਸਿੱਖਾਂ ਨੂੰ ਇੱਕ ਵੱਖਰੀ ਕੌਮ ਵਜੋਂ ਤਸਲੀਮ ਨਹੀਂ ਕਰਦੀ, ਧਰਮ ਯੁੱਧ ਮੋਰਚਾ ਉਨੀ ਦੇਰ ਜਾਰੀ ਰਹੇਗਾ। ਪੰਜਾਬ ਦਾ ਦੌਰਾ ਕਰਕੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਫਿਰਕਾ ਪ੍ਰਸਤੀ ਦਾ ਜਿਹੜਾ ਨੰਗਾ ਨਾਚ ਸ਼ੁਰੂ ਕਰ ਰਹੀ ਹੈ, ਉਹਦੇ ਨਾਲ ਹੁਣ ਸਿੰਘਾਂ ਨੂੰ ਕਿਸੇ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ। ਪ੍ਰਧਾਨ ਮੰਤਰੀ ਦੇ ਫਿਰਕਾ ਪ੍ਰਸਤ ਹੋਣ ਬਾਰੇ ਹੁਣ ਕਿਸੇ ਦੇ ਦਿਲ 'ਚ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ। ਜੰਤੂ ਕਲਾਂ ਤੇ ਹੋਰ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋਇਆ, ਪਰ ਪ੍ਰਧਾਨ ਮੰਤਰੀ ਜਾਂ ਉਹਦੇ ਕਿਸੇ ਮੰਤਰੀ ਦੇ ਕੰਨ ਤੇ ਜੂੰ ਨਹੀਂ ਸਰਕੀ। ਥਾਂ-ਥਾਂ ਤੇ ਬੇਗੁਨਾਹ ਸਿੰਘ ਪੁਲਿਸ ਨੇ ਝੂਠੇ ਮੁਕਾਬਲੇ ਬਣਾ ਕੇ ਸ਼ਹੀਦ ਕੀਤੇ। ਕਿਸੇ ਮੰਤਰੀ ਨੇ ਉੱਥੇ ਜਾਣ ਦੀ ਲੋੜ ਨਹੀਂ ਸਮਝੀ, ਪਰ ਪਟਿਆਲੇ 'ਚ ਇੱਕ ਅਸ਼ੋਕ ਕੁਮਾਰ ਨਾਮ ਦਾ ਬੰਦਾ ਜਿਹੜਾ ਹਿੰਦੂ ਬਹੁਮਤ ਨਾਲ ਸੰਬੰਧਿਤ ਸੀ, ਉਹ ਪੁਲਿਸ ਗੋਲੀ ਨਾਲ ਮਾਰਿਆ ਗਿਆ ਤਾਂ ਕੇਂਦਰੀ ਗ੍ਰਹਿ ਮੰਤਰੀ PC ਸੇਠੀ ਨੂੰ ਪਟਿਆਲੇ ਆਉਣਾ ਪਿਆ ਤੇ ਹੁਣ ਇੰਦਰਾ ਗਾਂਧੀ ਖੁਦ ਆਈ ਹੈ। ਇਹਦੇ ਨਾਲੋਂ ਫਿਰਕਾ ਪ੍ਰਸਤੀ ਦਾ ਵੱਡਾ ਸਬੂਤ ਹੋਰ ਹੋ ਕੀ ਸਕਦਾ? ਸੰਤ ਕਹਿੰਦੇ ਨੇ ਕਿ ਅਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਹਾਮੀ ਹਾਂ, ਪਰ ਗੁਲਾਮ ਬਣ ਕੇ ਰਹਿਣ ਦੇ ਹਾਮੀ ਨਹੀਂ ਹੈਗੇ। ਜਿੰਨਾ ਚਿਰ ਅਨੰਦਪੁਰ ਸਾਹਿਬ ਦੇ ਮਤੇ ਤੇ ਅਮਲ ਨਹੀਂ ਹੋ ਜਾਂਦਾ, ਉਹਨਾਂ ਚਿਰ ਪੰਜਾਬ 'ਚ ਸ਼ਾਂਤੀ ਨਹੀਂ ਹੋ ਸਕਦੀ ਤੇ ਜੇ ਸਰਕਾਰ ਸ਼ਾਂਤੀ ਕਾਇਮ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਮਤੇ ਤੇ ਅਮਲ ਕਰਨਾ ਚਾਹੀਦਾ। ਇਹ ਇੱਕ ਇਤਿਹਾਸਕ ਸੱਚਾਈ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ, ਪਰ ਸਰਕਾਰ ਤੋਂ ਇਹ ਗੱਲ ਮਨਾਉਣ ਦੀ ਹੁਣ ਲੋੜ ਪਈ ਹੈ, ਕਿਉਂਕਿ ਜੇ ਮੰਦ ਭਾਸ਼ਾ ਬੋਲਣੀ ਹੁੰਦੀ ਹੈ ਤਾਂ ਸਿੱਖਾਂ ਦਾ ਨਾਂ ਲਿਆ ਜਾਂਦਾ ਤੇ ਜੇ ਕੁਝ ਦੇਣਾ ਹੁੰਦਾ ਤਾਂ ਕਹਿ ਦਿੱਤਾ ਜਾਂਦਾ ਕਿ ਸਿੱਖ ਹਿੰਦੂਆਂ ਦਾ ਇੱਕ ਵੱਡਾ ਹਿੱਸਾ। ਜੇ ਛਾਤੀ 'ਚ ਗੋਲੀ ਖਾਣੀ ਹੈ ਤਾਂ ਸਿੱਖ ਕੌਮ ਹੈ, ਪਰ ਜੇ ਪ੍ਰਾਪਤੀ 'ਚੋਂ ਸਿੱਖ ਹਿੱਸਾ ਮੰਗਦੇ ਨੇ ਤਾਂ ਕਹਿ ਦਿੱਤਾ ਜਾਂਦਾ ਕਿ ਸਿੱਖ ਹਿੰਦੂਆਂ ਦਾ ਅੰਗ ਨੇ। ਸੰਤ ਕਹਿੰਦੇ ਨੇ ਕਿ ਮੈਂ ਪੁੱਛਦਾ ਕਿ ਜੇ ਸਿੱਖ ਵੱਖਰੀ ਕੌਮ ਨਹੀਂ ਤਾਂ ਦੇਸ਼ ਦੀ ਵੰਡ ਪਿੱਛੋਂ ਸਿੱਖਾਂ ਨੂੰ ਜਰਾਇਮ ਪੇਸ਼ਾ ਕਰਾਰ ਕਿਉਂ ਦਿੱਤਾ ਗਿਆ? ਇਹ ਕਿਉਂ ਨਹੀਂ ਕਿਹਾ ਗਿਆ ਕਿ ਹਿੰਦੂ ਜਰਾਇਮ ਪੇਸ਼ਾ ਨੇ? ਜੇ ਸਿੱਖ ਹਿੰਦੂਆਂ ਦਾ ਹਿੱਸਾ ਹੈ ਤਾਂ ਫਿਰ ਹਿੰਦੂ ਅੱਤਵਾਦੀ ਕਿਉਂ ਨਹੀਂ? ਸਿੱਖ ਹੀ ਇਕੱਲੇ ਕਿਉਂ ਨੇ? ਇਹ ਸਾਰੀਆਂ ਗੱਲਾਂ ਪਤੇ ਦੀਆਂ ਗੱਲਾਂ ਸੰਤ ਜੀ ਕਹਿੰਦੇ ਸਨ। ਵਿਚਾਰ ਕਰੋ, ਅੱਜ ਵੀ ਇਹ ਗੱਲਾਂ ਲਾਗੂ ਹੁੰਦੀਆਂ ਨੇ। ਸੰਤ ਅੱਗੇ ਕਹਿੰਦੇ ਨੇ ਕਿ ਅਸੀਂ ਸ਼ਾਂਤਮਈ ਦੇ ਹਾਮੀ ਹਾਂ ਤੇ ਇਹ ਵੀ ਚਾਹੁੰਦੇ ਹਾਂ ਕਿ ਸ਼ਾਂਤਮਈ ਰਹਿਣਾ ਚਾਹੀਦਾ ਹੈ, ਪਰ ਅਸੀਂ ਅਜਿਹੀ ਸ਼ਾਂਤੀ ਦੇ ਹਾਮੀ ਨਹੀਂ ਕਿ ਕੋਈ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਕਰੀ ਜਾਵੇ। ਜੋ ਆਪਣੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਂਦਾ ਹੈ, ਉਸ ਨੂੰ ਗੁਰੂ ਦਾ ਪੁੱਤਰ ਅਖਵਾਉਣ ਦਾ ਕੋਈ ਹੱਕ ਹੀ ਨਹੀਂ। ਲਾਹਨਤ ਤੇ ਧਿਰਕਾਰ ਹੈ ਉਸਦੇ ਜੀਵਨ ਤੇ ਜਿਹੜਾ ਆਪਣੇ ਇਸ਼ਟ ਦੀ ਬੇਅਦਬੀ ਸਹਿਣ ਕਰਦਾ। ਇਹ ਗੱਲਾਂ ਜਿਹੜੀਆਂ ਸੰਤ ਕਰਦੇ ਸਨ ਸਟੇਜ ਤੋਂ, ਤਾਂ ਇਹਨਾਂ ਦਾ ਅਸਰ ਹੁੰਦਾ ਸੀ। ਜਿਹੜੇ ਮਰੇ ਮੁੱਕੇ ਬੰਦੇ ਹੁੰਦੇ ਸਨ, ਜਿਨ੍ਹਾਂ ਦੀਆਂ ਜ਼ਮੀਰਾਂ ਸੁੱਤੀਆਂ ਹੁੰਦੀਆਂ ਸਨ, ਜਿਨ੍ਹਾਂ ਨੇ ਆਪਣੀਆਂ ਜ਼ਮੀਰਾਂ ਵੇਚੀਆਂ ਹੁੰਦੀਆਂ ਸਨ, ਜਿਨ੍ਹਾਂ ਦੇ ਖੂਨ ਚਿੱਟੇ ਹੋ ਗਏ ਸਨ, ਉਹਨਾਂ ਤੇ ਵੀ ਅਸਰ ਕਰਦੀ ਸੀ ਇਹ ਗੱਲ। ਸੰਤਾਂ ਦੀ ਕਹੀ ਹੋਈ ਬਿਲਕੁਲ ਅਸਰ ਕਰਦੀ ਸੀ। ਅਜੇ ਤੱਕ ਜਿਹੜੀਆਂ ਤਕਰੀਰਾਂ ਸਿੱਧੀਆਂ ਸੰਤਾਂ ਦੇ ਮੂੰਹੋਂ ਸਾਹਮਣੇ ਬੈਠ ਕੇ ਸੁਣੀਆਂ ਨੇ ਦਾਸ ਨੇ, ਅਜੇ ਤੱਕ ਉਹਨਾਂ ਤਕਰੀਰਾਂ ਦਾ ਅਸਰ ਹੈ। ਸੋ ਇਸੇ ਦੇ ਤਹਿਤ ਅਗਲੀ ਜਿਹੜੀ ਕੜੀ ਹੋਏਗੀ ਉਹਦੇ ਵਿੱਚ ਕਦੇ ਜ਼ਿਕਰ ਕਰਾਂਗੇ। ਤਾਂ ਇਸ ਤਰੀਕੇ ਨਾਲ ਸਿੰਘਾਂ ਦਾ ਜੋਸ਼ ਵੱਧਦਾ ਗਿਆ ਸੰਤਾਂ ਦੇ ਬੋਲ ਸੁਣ ਕੇ। ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਤੇ ਬਣਾਏ ਗਏ ਕੇਸਾਂ ਦਾ ਦਿਲਚਸਪ ਇੱਕ ਪੱਖ ਹੈ ਕਿ ਮੁਕੱਦਮੇ ਝੂਠੇ ਹੋਣ ਕਰਕੇ ਜਦੋਂ ਪੁਲਿਸ ਦੋਸ਼ ਸਾਬਤ ਨਾ ਕਰ ਸਕੀ ਤਾਂ ਅਦਾਲਤ ਵੱਲੋਂ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ, ਪਰ ਪੁਲਿਸ ਅਧਿਕਾਰੀ ਨਵੇਂ ਬਣਾਏ ਗਏ ਝੂਠੇ ਕੇਸਾਂ ਸੰਬੰਧੀ ਵਾਰੰਟ ਦਿਖਾ ਕੇ ਉਹਨਾਂ ਨੂੰ ਦੁਬਾਰਾ ਗ੍ਰਿਫਤਾਰ ਕਰ ਲੈਂਦੇ ਤੇ ਫਿਰ ਜੇਲ੍ਹ ਭੇਜ ਦਿੰਦੇ। 6 ਅਗਸਤ 1982 ਨੂੰ ਸੰਤ ਜਰਨੈਲ ਸਿੰਘ ਜੀ ਵੱਲੋਂ ਕੀਤੀ ਗਈ ਜੰਗੀ ਪੱਧਰ ਦੀ ਰਾਹਨੁਮਾਈ ਨਾਲ ਭਿੰਡਰਾਂ ਵਾਲੇ ਜਥੇ ਨੇ ਦਰਬਾਰਾ ਸਰਕਾਰ ਦੀ ਜਿਹੜੀ ਸਾਜ਼ਿਸ਼ ਫੇਲ ਬਣਾ ਕੇ ਰੱਖ ਦਿੱਤੀ ਤੇ ਉਸ ਦਿਨ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਦੀ ਅਦਾਲਤ 'ਚ ਪੇਸ਼ੀ ਸੀ। ਜਿਵੇਂ ਹੀ ਉਹਨਾਂ ਨੂੰ ਐਡੀਸ਼ਨਲ ਸੈਸ਼ਨ ਜੱਜ GL ਚੋਪੜਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਤਾਂ ਜੱਜ ਨੇ ਉਹਨਾਂ ਦੀ ਰਿਹਾਈ ਦਾ ਹੁਕਮ ਸੁਣਾਇਆ। ਤਾਂ ਵੇਖਦੇ ਹੀ ਵੇਖਦੇ ਹਜ਼ਾਰਾਂ ਸਿੰਘ ਅਦਾਲਤ ਦੇ ਬਾਹਰ ਇਕੱਠੇ ਹੋ ਗਏ ਤੇ ਉਹ ਰਿਹਾ ਹੋਏ ਦੋਹਾਂ ਆਗੂਆਂ ਨੂੰ ਇੱਕ ਟਰੱਕ 'ਚ ਬਿਠਾ ਕੇ ਜਲੂਸ ਦੀ ਸ਼ਕਲ 'ਚ ਦਰਬਾਰ ਸਾਹਿਬ ਲੈ ਆਏ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਸੀ। ਇਸ ਤਰ੍ਹਾਂ ਦਰਬਾਰਾ ਸਰਕਾਰ ਦੀ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਨੂੰ ਦੁਬਾਰਾ ਗ੍ਰਿਫਤਾਰ ਕਰਕੇ ਜੇਲ੍ਹ ਭੇਜਣ ਦੀ ਸਾਜ਼ਿਸ਼ ਧਰੀ ਧਰਾਈ ਰਹਿ ਗਈ, ਉੱਥੇ ਫੇਲ ਹੋ ਗਈ ਉਹਨਾਂ ਦੀ ਇਹ ਸਕੀਮ। ਤਾਂ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਦੀ ਰਿਹਾਈ 20 ਜੁਲਾਈ 1982 ਨੂੰ ਭਿੰਡਰਾਂ ਜਥੇ ਵੱਲੋਂ ਲਾਏ ਗਏ ਮੋਰਚੇ ਦੀ ਸ਼ਾਨਦਾਰ ਜਿੱਤ ਸੀ
ਤੇ ਦਰਬਾਰ ਸਾਹਿਬ ਕੰਪਲੈਕਸ 'ਚ ਪਹੁੰਚਣ ਤੇ ਰਿਹਾ ਹੋਏ ਦੋਵੇਂ ਲੀਡਰਾਂ ਦਾ ਧਰਮ ਯੁੱਧ ਮੋਰਚਾ ਡਿਕਟੇਟਰ ਲੌਂਗੋਵਾਲ, ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਤੇ ਹਜ਼ਾਰਾਂ ਸਿੰਘਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਸ਼ਾਮ ਨੂੰ ਮੰਜੀ ਸਾਹਿਬ ਦੀਵਾਨ ਹਾਲ 'ਚ ਉਹਨਾਂ ਨੂੰ ਸਰੋਪੇ ਭੇਟ ਕੀਤੇ ਗਏ। 8 ਅਗਸਤ 1982 ਨੂੰ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਤੇ ਉਹਨਾਂ ਦੇ ਨਾਲ ਰਿਹਾ ਹੋਏ 14 ਹੋਰ ਸਿੰਘਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਨਮਾਨ ਕੀਤਾ ਗਿਆ ਤੇ ਸਨਮਾਨ ਸਮਾਰੋਹ 'ਚ ਭਾਸ਼ਣ ਦਿੰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਸ ਵੇਲੇ ਦੇ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ, ਉਦੋਂ ਤੱਕ ਤਾਂ ਸਿੰਘ ਸਾਹਿਬ ਹੀ ਸੀ ਕਿਰਪਾਲ ਸਿੰਘ, 6 ਜੂਨ ਤੋਂ ਬਾਅਦ ਉਹ ਕਿਰਪਾਲੂ ਬਣ ਗਿਆ ਸੀ। ਤਾਂ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਨੇ ਕਿਹਾ ਕਿ ਉਹਨਾਂ ਨੇ ਸਿੱਖ ਪੰਥ ਲਈ ਜੇਲ੍ਹਾਂ ਦੀਆਂ ਮੁਸੀਬਤਾਂ ਬਰਦਾਸ਼ਤ ਕੀਤੀਆਂ ਨੇ ਇਹਨਾਂ ਸਿੰਘਾਂ ਨੇ ਤੇ ਇਹਨਾਂ ਦੀ ਸ਼ਾਬਾਸ਼ੀ ਹੈ। ਤਾਂ ਐਸੇ ਮੌਕੇ ਤੇ ਲੌਂਗੋਵਾਲ ਨੇ ਵੀ ਭਾਸ਼ਣ ਦਿੱਤਾ ਤੇ ਲੌਂਗੋਵਾਲ ਕਹਿੰਦਾ ਕਿ ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ, ਇਹਨਾਂ ਤੇ ਕੋਈ ਦੋਸ਼ ਸਾਬਤ ਨਹੀਂ ਹੋ ਸਕਿਆ ਤੇ ਇਹਨਾਂ ਨੂੰ ਝੂਠੇ ਕੇਸਾਂ 'ਚ ਫਸਾਇਆ ਗਿਆ ਸੀ। ਇਹ ਕੇਸ ਅਦਾਲਤ 'ਚ ਸਾਬਤ ਨਹੀਂ ਹੋ ਸਕੇ ਕਿਉਂਕਿ ਇਹਨਾਂ ਦੀ ਬੁਨਿਆਦ ਗਲਤ ਸੀ, ਇਸ ਲਈ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਅਸਤੀਫਾ ਦੇਣਾ ਚਾਹੀਦਾ। ਲੌਂਗੋਵਾਲ ਕਹਿੰਦਾ ਅਖਲਾਕੀ ਤੌਰ ਤੇ ਸਰਕਾਰ ਨੂੰ ਕਾਇਮ ਰਹਿਣ ਦਾ ਕੋਈ ਹੱਕ ਨਹੀਂ। ਲੌਂਗੋਵਾਲ ਨੇ ਇਹ ਇਲਜ਼ਾਮ ਵੀ ਲਾਇਆ ਕਿ ਰਾਜ 'ਚ ਜਿਹੜੀ ਹਿੰਸਾ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਉਹਦੇ ਲਈ ਸਰਕਾਰ ਜ਼ਿੰਮੇਵਾਰ ਹੈ। ਸੰਤਾਂ ਨੇ ਵੀ ਇਸ ਮੌਕੇ ਤੇ ਭਾਸ਼ਣ ਦਿੱਤਾ ਤੇ ਸੰਤ ਜਰਨੈਲ ਸਿੰਘ ਜੀ ਨੇ ਕਿਹਾ ਕਿ ਧਰਮ ਯੁੱਧ ਮੋਰਚੇ ਦੀ ਸਫਲਤਾ ਵਾਸਤੇ ਇਕੱਠੇ ਰਹਿਣਾ ਜ਼ਰੂਰੀ ਹੈ ਤੇ ਏਕਤਾ ਕਾਇਮ ਰੱਖਣੀ ਚਾਹੀਦੀ ਹੈ। ਸੰਤਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਹਜ਼ੂਰੀ 'ਚ ਇਹ ਐਲਾਨ ਕੀਤਾ ਕਿ ਉਹ ਅਨੰਦਪੁਰ ਸਾਹਿਬ ਦੇ ਮਤੇ ਦੀ ਪੂਰਤੀ ਤੇ ਗ੍ਰਿਫਤਾਰ ਸਿੰਘਾਂ ਦੀ ਰਿਹਾਈ ਲਈ ਪੂਰਾ ਮਿਲਵਰਤਨ ਦਿੰਦੇ ਰਹਿਣਗੇ। ਤਾਂ ਇਸ ਤੋਂ ਇੱਕ ਦਿਨ ਪਹਿਲਾਂ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਦਾ ਜਿਹੜਾ ਸਵਾਗਤੀ ਸਮਾਰੋਹ ਸੀ, ਸਮਾਗਮ ਕੀਤਾ ਸੀ ਸ਼ਾਮ ਨੂੰ, ਤਾਂ ਉਹਦੇ 'ਚ ਬੋਲਦਿਆਂ ਵੀ ਸੰਤ ਜਰਨੈਲ ਸਿੰਘ ਹੋਰਾਂ ਨੇ ਕਿਹਾ ਸੀ ਕਿ ਸਾਡੇ ਦੋਹਾਂ ਲੀਡਰਾਂ ਦੀ ਰਿਹਾਈ ਸਮੁੱਚੇ ਸਿੱਖ ਜਗਤ ਤੇ ਸਿੱਖ ਪੰਥ ਦੀ ਫਤਿਹ, ਸਿੱਖ ਪੰਥ ਦੀ ਜਿੱਤ ਹੈ। ਇਹ ਸਾਡੇ ਈਸਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੱਤ ਹੈ, ਇਹ ਬਦੀ ਉੱਤੇ ਸਚਾਈ ਦੀ ਜਿੱਤ ਹੈ। ਤੇ ਸੰਤ ਜਰਨੈਲ ਸਿੰਘ ਜੀ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਜਿੰਨਾ ਚਿਰ ਸਾਰੇ ਨਿਰਦੋਸ਼ ਅੰਮ੍ਰਿਤਧਾਰੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਤੇ ਅਨੰਦਪੁਰ ਸਾਹਿਬ ਦੇ ਮਤੇ ਤੇ ਅਮਲ ਨਹੀਂ ਕੀਤਾ ਜਾਂਦਾ, ਸਾਡਾ ਇਹ ਧਰਮ ਯੁੱਧ ਮੋਰਚਾ ਇਸੇ ਤਰ੍ਹਾਂ ਜਾਰੀ ਰਹੇਗਾ। ਸਪਸ਼ਟ ਤੌਰ ਤੇ ਉੱਤੇ ਉਹਨਾਂ ਨੇ ਲਕੀਰ ਖਿੱਚ ਦਿੱਤੀ। ਇੱਕ ਪਾਸੇ ਜਿਵੇਂ ਜਿਵੇਂ ਉਹ ਮੋਰਚੇ ਦੇ ਪ੍ਰਤੀ ਡਟਦੇ ਗਏ, ਮੋਰਚੇ ਦੇ ਪ੍ਰਤੀ ਪ੍ਰਤੀਬੱਧ ਹੁੰਦੇ ਗਏ ਤੇ ਨੌਜਵਾਨਾਂ ਨੂੰ ਉਹ ਇਸੇ ਤਰ੍ਹਾਂ ਸਮਝਾਉਂਦੇ ਰਹੇ ਆਪਣੇ ਭਾਸ਼ਣਾਂ ਦੇ ਵਿੱਚ, ਤਿਵੇਂ ਤਿਵੇਂ ਉਸੇ ਤਰੀਕੇ ਨਾਲ ਅਕਾਲੀਆਂ ਦੀ ਫੂਕ ਨਿਕਲਦੀ ਗਈ। ਉਹ ਘਬਰਾਉਂਦੇ ਗਏ ਕਿ ਜਿਹੜਾ ਧਰਮ ਯੁੱਧ ਦੇ ਨਾਂ ਤੇ ਉਹਨਾਂ ਨੇ ਕੁਰਸੀ ਯੁੱਧ ਛੇੜਿਆ ਸੀ ਉਹ ਹੁਣ ਜਿੱਤਣਾ ਆਸਾਨ ਨਹੀਂ, ਹੁਣ ਸਾਡੇ ਹੱਥ ਕੁਰਸੀ ਨਹੀਂ ਲੱਗਣੀ। ਸੋ ਕੁਝ ਗੱਲਾਂ ਨੇ ਜਿਹੜੀਆਂ ਸੰਤਾਂ ਨੇ ਇਸ ਸਾਰੇ ਸਮੇਂ ਦੇ ਦੌਰਾਨ ਕੀਤੀਆਂ, ਉਹਨਾਂ ਚੋਂ ਉਹਨਾਂ ਨੇ ਕਿਹਾ ਇੱਕ ਭਾਸ਼ਣ ਦੇ ਵਿੱਚ, ਕਹਿੰਦੇ ਮੈਂ ਹਮੇਸ਼ਾ ਸਾਰੇ ਸਿੱਖ ਜਗਤ ਨੂੰ ਇੱਕ ਝੰਡੇ ਥੱਲੇ ਇਕੱਠੇ ਕਰਨ ਦੀ ਗੱਲ ਕੀਤੀ ਹੈ। ਜੇ ਸਮੁੱਚੀ ਸਿੱਖ ਕੌਮ ਕੇਸਰੀ ਨਿਸ਼ਾਨ ਸਾਹਿਬ ਹੇਠ ਇਕੱਠੀ ਹੋ ਕੇ ਆਪਣਾ ਨਿੱਜ ਬਲ ਪੈਦਾ ਕਰਦੀ ਹੈ ਤਾਂ ਕੌਮ ਜੋ ਵੀ ਜਿੱਤਵੇਗੀ ਉਹ ਮਿਲੇਗਾ। ਧਰਮ ਯੁੱਧ ਮੋਰਚੇ ਨੇ ਸਿੱਖਾਂ 'ਚ ਨਵੀਂ ਰੂਹ ਤੇ ਨਵਾਂ ਉਤਸ਼ਾਹ ਪੈਦਾ ਕੀਤਾ ਹੈ। ਜੇਕਰ ਇਹ ਇਕਮੁੱਠ ਹੋ ਕੇ ਹਮਲਾ ਮਾਰਨ ਤਾਂ ਕੋਈ ਵੀ ਮੰਗ ਅਸੰਭਵ ਨਹੀਂ। ਅੱਜ ਲੋੜ ਹੈ ਨਿਸ਼ਚੈ ਕਰ ਆਪਣੀ ਜੀਤ ਕਰੋ ਦਾ ਨਾਅਰਾ ਲਾ ਕੇ ਧਰਮ ਯੁੱਧ ਵਿੱਚ ਕੂਦਣ ਦੀ। ਬਸ ਜਿੱਤ ਸਿੱਖ ਕੌਮ ਦੀ ਹੋਵੇਗੀ। ਗੱਲ ਸਪਸ਼ਟ ਹੈ, ਕੋਊ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਮੋਰਚੇ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਪੁਰਦ ਹੈ। ਮੈਂ ਤਾਂ ਉਹਨਾਂ ਦਾ ਤੁੱਛ ਜਿਹਾ ਸੇਵਕ ਹਾਂ। ਸਿੱਖ ਕੌਮ ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ, ਧਰਮ ਤੇ ਆਜ਼ਾਦੀ ਦੀ ਰੱਖਿਆ ਲਈ ਖੁਦ ਬਖੁਦ ਮੋਰਚੇ ਵਿੱਚ ਕੁੱਦ ਰਹੀ ਹੈ ਤੇ ਉਸ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰ ਰਹੇ ਹਨ। ਤੇ ਵੈਸੇ ਜੰਗ ਵਿੱਚ ਕਿਸੇ ਨੂੰ ਤਾਂ ਜਰਨੈਲ ਬਣਾਉਣਾ ਹੀ ਪੈਂਦਾ, ਇਹ ਗੱਲ ਸੰਤਾਂ ਨੇ ਕਹੀ। ਹੋਰ ਜਿਹੜੇ ਉਹਨਾਂ ਦੇ ਭਾਸ਼ਣ ਅਸੀਂ ਸੁਣੇ, ਅਸੀਂ ਉਹਨਾਂ ਤੇ ਖੋਜ ਵਿਚਾਰ ਕੀਤੀ, ਉਹਨਾਂ 'ਚ ਉਹਨਾਂ ਵੱਲੋਂ ਕਹੀ ਗਈ ਇੱਕ ਇੱਕ ਗੱਲ ਤੇ ਧਿਆਨ ਦੇਣਾ ਬਣਦਾ ਹੈ ਕਿ ਕਿਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਉਹ ਮਰਦੇ ਮੁਜਾਹਿਦ, ਉਹ ਸੰਤ ਸਿਪਾਹੀ ਵਚਨਬੱਧ ਸੀ। ਇੱਕ ਇੱਕ ਸ਼ਬਦ ਲਈ ਉਹ ਵਚਨਬੱਧ ਸਨ। ਉਹਨਾਂ ਨੇ ਜਿਹੜੇ ਭਾਸ਼ਣ ਦਿੱਤੇ ਉਹਨਾਂ ਦੇ ਅਸੀਂ ਗੱਲ ਕਰਦੇ ਰਹਾਂਗੇ ਸਮੇਂ-ਸਮੇਂ ਤੇ ਉਹਨਾਂ ਨੇ ਇੱਕ ਭਾਸ਼ਣ 'ਚ ਕਿਹਾ ਆਪਣੇ 'ਚ ਸਿੱਖਾਂ ਨੂੰ ਉਹਨਾਂ ਦੇ ਹੱਕ ਦਿੱਤੇ ਜਾਣ, ਹੱਕ ਜਿਹੜੇ ਅਸੀਂ ਅਨੰਦਪੁਰ ਸਾਹਿਬ ਦੇ ਮਤੇ ਰਾਹੀਂ ਮੰਗੇ ਹਨ। ਅਨੰਦਪੁਰ ਦਾ ਮਤਾ ਮੈਂ ਤਾਂ ਨਹੀਂ ਬਣਾਇਆ, ਇਹ ਸਾਡੇ ਅਕਾਲੀ ਵੀਰਾਂ ਨੇ ਬਣਾਇਆ। ਅਖਬਾਰਾਂ ਵਾਲੇ ਕਹਿੰਦੇ ਹਨ ਕਿ ਉਹ ਅਨੰਦਪੁਰ ਦੇ ਮਤੇ ਤੇ ਜ਼ੋਰ ਨਹੀਂ ਪਾਉਂਦੇ, ਪਰ ਮੈਂ ਕਹਿੰਦਾ ਕਿ ਅਖਬਾਰਾਂ ਦੀ ਗੱਲ ਛੱਡੋ, ਉਹ ਤਾਂ ਇਹ ਵੀ ਛਾਪ ਸਕਦੇ ਨੇ ਕਿ ਭਿੰਡਰਾਂ ਵਾਲੇ ਨੇ ਫਲਾਣੇ ਪ੍ਰੈਸ ਰਿਪੋਰਟਰ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ। ਜੇ ਲੌਂਗੋਵਾਲ ਜੀ ਅਨੰਦਪੁਰ ਮਤਾ ਨਹੀਂ ਮੰਗਦੇ ਤਾਂ ਉਹ ਇਹ ਗੱਲ ਮੇਰੇ ਮੂੰਹ ਤੇ ਆ ਕੇ ਕਹਿਣ। ਸਿੱਖ ਧਰਮ 'ਚ ਧਰਮ ਤੇ ਸਿਆਸਤ ਵੱਖੋ-ਵੱਖ ਨਹੀਂ, ਸਗੋਂ ਇਕੱਠੇ ਚੱਲਦੇ ਨੇ। ਸਿੱਖੀ 'ਚ ਧਰਮ ਨੂੰ ਸਿਆਸਤ ਨਾਲੋਂ ਵੱਖਰਾ ਨਹੀਂ ਕੀਤਾ ਜਾ ਸਕਦਾ ਤੇ ਧਰਮ ਤੇ ਸਿਆਸਤ ਇੱਕ ਹੈ।
ਇਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਿੱਖ ਪੰਥ ਨੂੰ ਮਹਾਨ ਦੇਣ ਹੈ। ਤੇ ਇਸੇ ਤਰ੍ਹਾਂ ਉਹਨਾਂ ਨੇ ਗੱਲ ਕੀਤੀ ਕਿ ਅਨੰਦਪੁਰ ਸਾਹਿਬ ਦੇ ਮਤੇ 'ਚ ਖਾਲਿਸਤਾਨ ਦੀ ਕੋਈ ਮੰਗ ਨਹੀਂ, ਤੇ ਉਹਨਾਂ ਨੇ ਕਿਹਾ ਕਿ ਮੈਂ ਡਾਕਟਰ ਜਗਜੀਤ ਸਿੰਘ ਦੀ ਖਾਲਿਸਤਾਨ ਦੀ ਮੰਗ ਦੀ ਨਾ ਹਮਾਇਤ ਕਰਦਾ ਨਾ ਵਿਰੋਧ ਕਰਦਾ। ਮੇਰੇ ਨਿਰਪੱਖ ਸਟੈਂਡ ਦੇ ਗਲਤ ਅਰਥ ਕੱਢੇ ਜਾਂਦੇ ਨੇ। ਇੱਕ ਥਾਂ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਦੇਸ਼ ਵਿਰੋਧੀ ਸਮਝਿਆ ਜਾਂਦਾ ਤੇ ਅਸੀਂ ਭਾਰਤ 'ਚ ਰਹਿਣਾ ਚਾਹੁੰਦੇ ਹਾਂ, ਪਰ ਕੀ ਭਾਰਤੀ ਸਰਕਾਰ ਸਾਨੂੰ ਆਪਣੇ ਨਾਲ ਰੱਖਣਾ ਚਾਹੁੰਦੀ ਹੈ? ਅਸੀਂ ਪਹਿਲੇ ਦਰਜੇ ਦੇ ਸ਼ਹਿਰੀ ਬਣ ਕੇ ਭਾਰਤ 'ਚ ਰਹਿਣਾ ਚਾਹੁੰਦੇ ਹਾਂ, ਹੁਣ ਵਾਂਗ ਦੂਜੇ ਦਰਜੇ ਦੇ ਨਹੀਂ। ਅਸੀਂ ਗੁਲਾਮ ਬਣ ਕੇ ਨਹੀਂ ਰਹਿਣਾ, ਸਗੋਂ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ ਹਾਂ, ਕਿਉਂਕਿ ਅਸੀਂ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ 93% ਸਿਰ ਦਿੱਤੇ ਨੇ। 93% ਸਿਰ ਦੇ ਕੇ ਗੁਲਾਮ ਰਹਿਣਾ ਸਾਨੂੰ ਪ੍ਰਵਾਨ ਨਹੀਂ। ਇਹ ਕੇਂਦਰ ਸਰਕਾਰ ਦੱਸੇ ਕਿ ਉਸਨੇ ਸਾਨੂੰ ਗੁਲਾਮ ਸ਼ਹਿਰੀ ਬਣਾ ਕੇ ਰੱਖਣਾ ਜਾਂ ਬਰਾਬਰ ਦੇ ਸ਼ਹਿਰੀ ਬਣਾ ਕੇ। ਖਾਲਿਸਤਾਨ ਦੀ ਨਾ ਮੈਂ ਹਮਾਇਤ ਕਰਦਾ ਤੇ ਨਾ ਹੀ ਵਿਰੋਧਤਾ ਕਰਦਾ। ਇਹ ਫੈਸਲਾ ਕਰਨਾ ਹੁਣ ਸਰਕਾਰ ਦਾ ਕੰਮ ਹੈ ਕਿ ਉਹ ਸਾਨੂੰ ਆਪਣੇ ਨਾਲ ਰੱਖਣਾ ਚਾਹੁੰਦੀ ਹੈ ਜਾਂ ਨਹੀਂ। ਇਹ ਕੰਮ ਕੇਂਦਰ ਦਾ ਹੈ, ਮੇਰਾ ਨਹੀਂ। ਪਰ ਹਾਂ, ਜੇ ਉਹ ਖਾਲਿਸਤਾਨ ਦੇਣਾ ਹੀ ਚਾਹੁੰਦੇ ਨੇ ਤਾਂ ਅਸੀਂ ਉਸ ਨੂੰ ਪ੍ਰਵਾਨ ਕਰ ਲਵਾਂਗੇ। ਅਸੀਂ 1947 ਵਾਲੀ ਗਲਤੀ ਨਹੀਂ ਦੁਹਰਾਵਾਂਗੇ। ਅਸੀਂ ਇਸ ਦੀ ਮੰਗ ਨਹੀਂ ਕਰਦੇ, ਪਰ ਜੇ ਉਹ ਸਾਨੂੰ ਦਿੰਦੇ ਨੇ ਤਾਂ ਅਸੀਂ ਲੈ ਲਵਾਂਗੇ। ਉਹ ਖਾਲਿਸਤਾਨ ਨੂੰ ਸਾਡੀ ਝੋਲੀ 'ਚ ਪਾਉਂਦੇ ਨੇ ਤਾਂ ਇਹ ਉਹਨਾਂ ਦਾ ਕੰਮ ਹੈ। ਖਾਲਿਸਤਾਨੀ ਮੈਂ ਆ ਜਾਂ ਸਰਕਾਰ। ਖਾਲਿਸਤਾਨ ਭਾਵੇਂ ਸਾਡੀ ਮੰਗ ਨਹੀਂ, ਪਰ ਜੇ ਸਿੱਖਾਂ ਦੇ ਵਿਰੁੱਧ ਸਥਿਤੀ ਐਸੇ ਤਰ੍ਹਾਂ ਹੀ ਬਣੀ ਰਹੀ ਤਾਂ ਉਹਨਾਂ ਦੀ ਸੋਚਣੀ 'ਚ ਖਾਲਿਸਤਾਨ ਦੀ ਤਸਵੀਰ ਉਭਰਨ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਇਹ ਗੱਲਾਂ ਸੰਤਾਂ ਨੇ ਬਿਲਕੁਲ ਨਿਡਰ ਹੋ ਕੇ ਕਹੀਆਂ। ਇਹਨਾਂ ਦੇ ਬਾਰੇ ਕੋਈ ਦੋ ਰਾਵਾਂ ਨਹੀਂ ਹੈਗੀਆਂ, ਸਪਸ਼ਟ ਤੌਰ ਦੇ ਉੱਤੇ ਕਹੀਆਂ। ਸੋ ਸਾਨੂੰ ਇਹ ਸਮਝਣਾ ਚਾਹੀਦਾ, ਇਹ ਸਾਡਾ ਇਤਿਹਾਸ ਹੈ, ਇਹ ਸਾਡਾ ਗੌਰਵਮਈ ਇਤਿਹਾਸ ਹੈ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਇਤਿਹਾਸ ਵੀ ਉਨਾ ਹੀ ਮਹੱਤਵਪੂਰਨ ਹੈ ਸਾਡੇ ਲਈ, ਜਿੰਨਾ ਸਿੱਖ ਮਿਸਲਾਂ ਦਾ, ਜਿੰਨਾ ਮਹਾਰਾਜਾ ਰਣਜੀਤ ਸਿੰਘ ਦਾ, ਜਿੰਨਾ ਸ਼ੇਰੇ ਪੰਜਾਬ ਦਾ, ਜਿੰਨਾ ਹਰੀ ਸਿੰਘ ਨਲੂਆ ਦਾ, ਕੋਈ ਵੀ ਇਤਿਹਾਸ। ਮਰਦੇ ਮੁਜਾਹਿਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ। ਮਰਦੇ ਮੁਜਾਹਿਦ ਪ੍ਰੋਗਰਾਮ ਦਾ ਭਾਗ ਚੌਥਾ ਖਤਮ ਹੁੰਦਾ ਏ। Ay,